ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਗੁਰਬਾਣੀ ਗੁਰੂ ਰਾਹੀਂ ਜੋ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇੱਧਰ ਜਦੋਂ ਅਸੀਂ ਆ ਕੇ ਪਰਮਾਤਮਾ ਵਾਹਿਗੁਰੂ ਨਿਰੰਕਾਰ ਉਹਨੂੰ ਅਸੀਂ ਵਿਸਾਰ ਦਿੰਦੇ ਹਾਂ, ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਫਿਰ ਅਸੀਂ ਜਿਹੜਾ ਨੇਹ ਹੁੰਦਾ ਮੋਹ ਪਿਆਰ, ਫਿਰ ਇੱਧਰ ਅਸੀਂ ਮਾਇਆ ਦੇ ਨਾਲ ਪਾ ਲੈਂਦੇ, ਆਕਾਰਾਂ ਦੇ ਨਾਲ, ਸਰੀਰਾਂ ਦੇ ਨਾਲ, ਦ੍ਰਿਸ਼ਟਮਾਨ ਦੇ ਨਾਲ। ਫਿਰ ਮਹਾਰਾਜ ਕਹਿੰਦੇ ਵੀ ਗੋਬਿੰਦ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਜਿਹਨੇ ਦੂਜੇ ਨਾਲ ਨਹੀਂ ਲਾਇਆ, ਉਹ ਜੀਵ ਦੁਖੀ ਰਹਿੰਦਾ, ਉਹਦਾ ਮਨ ਅਸ਼ਾਂਤ ਰਹਿੰਦਾ। ਗੁਰੂ ਫਿਰ ਸਾਨੂੰ ਇਹ ਬੁਝਾਉਂਦੇ, ਸਾਨੂੰ ਇਹ ਸੋਝੀ ਦਿੰਦੇ ਬਈ ਜੇ ਤੁਸੀਂ ਪਿਆਰ ਕਰਨਾ, ਪ੍ਰੀਤ ਕਰਨੀ, ਇਹ ਫਿਰ ਉਹ ਪ੍ਰਭੂ ਦੇ ਨਾਲ, ਇੱਕ ਦੇ ਨਾਲ, ਮਾਲਕ ਦੇ ਨਾਲ ਪਾਓ। ਸਤਿਗੁਰੂ ਇਸ ਲਈ ਆਪਾਂ ਨੂੰ ਫਰਮਾਉਂਦੇ, ਬੈਨ ਗੋਬਿੰਦ ਆਵਰ ਸੰਗ ਨੇਹਾ, ਉਹ ਜਾਣੋ ਸਦਾ ਦਹੇਲਾ। ਕਹੋ ਨਾਨਕ ਗੁਰ ਇਹੋ ਬੁਝਾਇਓ, ਪ੍ਰੀਤ ਪ੍ਰਭੂ ਸਦ ਕੇਲਾ। ਬਈ ਗੁਰੂ ਸਾਨੂੰ ਇਹ ਗੱਲ ਬੁਝਾਉਂਦੇ, ਸਾਨੂੰ ਸਮਝਾਉਂਦੇ ਬਈ ਪ੍ਰੀਤ ਹੈ ਜਿਹੜੀ ਉਹ ਇੱਕ ਦੇ ਨਾਲ ਲਾਉਣੀ, ਮਾਲਕ ਦੇ ਨਾਲ, ਉਹਦੇ ਨਾਲ ਪਿਆਰ ਪਾਉਣਾ। ਬਈ ਜੇ ਅਸੀਂ ਦੂਜੇ ਨਾਲ ਪਾਵਾਂਗੇ, ਉਹ ਫਿਰ ਜੀਵ ਦੁਖੀ ਰਹਿੰਦਾ, ਉਹਦਾ ਮਨ ਹੈ ਜਿਹੜਾ ਉਹ ਸ਼ਾਂਤ ਰਹਿੰਦਾ। ਹੁਣ ਦੂਜਾ ਕੀ ਹੈ? ਦੂਜੀ ਹੈ ਮਾਇਆ।
ਜਿਵੇਂ ਇਹ ਸਰੀਰ ਹੈ ਆਕਾਰ, ਇਹਨੂੰ ਦੂਜਾ ਕਹਿੰਦੇ, ਇਹਨੂੰ ਮਾਇਆ ਕਹਿੰਦੇ। ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਭਰਮ ਭੁਲਾਏ। ਹੁਣ ਜੇ ਅਸੀਂ ਸਿਰਫ ਇਸ ਸਰੀਰ ਦੇ ਨਾਲ ਤਾਂ ਪਿਆਰ ਕਰਦੇ, ਜਿਹੜਾ ਮਾਲਕ ਹੈ ਨਿਰੰਕਾਰ, ਜਿਹਦਾ ਕੋਈ ਰੂਪ ਰੰਗ, ਜਿਹਦਾ ਕੋਈ ਰੇਖ ਭੇਖ ਨਹੀਂ, ਜਿਹਦੀ ਕੋਈ ਜਾਤ ਪਾਤ ਨਹੀਂ, ਜਿਹੜਾ ਨਿਰੋਲ ਪ੍ਰਕਾਸ਼ ਹੈ, ਫਿਰ ਇਹ ਸਾਡਾ ਦੂਜੇ ਨਾਲ ਨਹੀਂ ਲਾਇਆ ਹੋਇਆ, ਇਹ ਸਾਨੂੰ ਦੁੱਖ ਦਿੰਦਾ। ਫਿਰ ਇਹਦੇ ਨਾਲ ਸਾਡਾ ਮਨ ਹੈ ਜਿਹੜਾ ਉਹ ਸ਼ਾਂਤ ਹੋ ਜਾਂਦਾ, ਉਹ ਦੁਖੀ ਹੋ ਜਾਂਦਾ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜਿਹਦਾ ਤਾਂ ਮਾਲਕ ਦੇ ਨਾਲ ਨੇਹ ਹੈ, ਮਾਲਕ ਨਾਲ ਪਿਆਰ ਹੈ, ਵੀ ਉਹਨਾਂ ਦੀ ਸੰਗਤ ਕਰੋ ਅਤੇ ਉਹਨਾਂ ਦੇ ਅੱਗੇ ਅਸੀਂ ਆਪਣਾ ਆਪ ਸਮਰਪਣ ਕਰਤੀ। ਜੇ ਸਿਰਫ ਅਸੀਂ ਸੰਸਾਰ ਦੀ ਖਾਤਰ ਹੀ, ਮਾਇਆ ਦੀ ਖਾਤਰ ਹੀ ਜਿਉਂਦੇ, ਫਿਰ ਸਾਨੂੰ ਕਹਿੰਦੇ ਵੀ ਇਹ ਜਿਉਣਾ ਤਾਂ ਰਹਿ ਗਿਆ ਸਾਡੇ, ਸੰਸਾਰ ਦੇ ਪਿੱਛੇ ਲੱਗ ਕੇ। ਮਹਾਰਾਜ ਫਰਮਾਉਂਦੇ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚਲੀਏ, ਤਰੈਗ ਜੀਵਨ ਸੰਸਾਰ ਤਾਕੇ ਪਾਛੇ ਜੀਵਨ। ਬਈ ਜੇ ਤਾਂ ਅਸੀਂ ਉਹਨਾਂ ਗੁਰਮੁਖ ਜਿਨ੍ਹਾਂ ਦਾ ਮਾਲਕ ਦੇ ਨਾਲ ਪਿਆਰ ਹੈ, ਜੇ ਅਸੀਂ ਉਹਨਾਂ ਦਾ ਸੰਗ ਕਰਾਂਗੇ, ਫਿਰ ਉਹ ਸਾਨੂੰ ਦੱਸਣਗੇ ਵੀ ਅਸੀਂ ਵੀ ਕਿਵੇਂ ਮਾਲਕ ਨਾਲ ਪਿਆਰ ਪਾਉਣਾ, ਕਿਵੇਂ ਸਾਡੀ ਪ੍ਰੀਤ ਪਰਮਾਤਮਾ ਨਾਲ ਪੈਣੀ। ਜੇ ਹੁਣ ਅਸੀਂ ਉਹਨਾਂ ਦਾ ਸੰਗ ਤਾਂ ਕਰਦੇ ਨਹੀਂ, ਫਿਰ ਸਾਨੂੰ ਕਹਿੰਦੇ ਵੀ ਸੰਸਾਰ ਦੇ ਪਿੱਛੇ ਜਿਉਣਾ, ਵੀ ਉਹਨੂੰ ਕਹਿੰਦੇ ਵੀ ਧਰਿਕ, ਵੀ ਲਾਹਨਤ ਹੈ। ਕਿਉਂਕਿ ਸੰਸਾਰ ਵੀ ਨਾਸਵਾਨ ਅਤੇ ਇਹਦੇ ਪਦਾਰਥ ਵੀ ਸਾਰੇ ਨਾਸਵਾਨ, ਇੱਥੇ ਕੁਝ ਸਦੀ ਵੀ ਰਹਿਣ ਵਾਲਾ ਨਹੀਂ। ਹੁਣ ਇਸੀ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਜਿਹੜਾ ਹੰਸ, ਹੇਤ, ਲੋਭ ਅਤੇ ਕੋਪ, ਵੀ ਇਹ ਚਾਰ ਨਦੀਆਂ ਨੇ, ਇਹਨਾਂ ਨੂੰ ਅਗਨ ਦੀਆਂ ਨਦੀਆਂ ਆਖੀ, ਜਿਨ੍ਹਾਂ ਦੇ ਵਿੱਚ ਫਿਰ ਜਦੋਂ ਮਨ ਚੱਲਦਾ ਅਤੇ ਫਿਰ ਇਹ ਅਗਨ ਦੇ ਵਿੱਚ ਸੜਦਾ, ਫਿਰ ਇਹ ਜਲਦਾ। ਮਹਾਰਾਜ ਕਹਿੰਦੇ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵੇ ਦਜੇ ਨਾਨਕ ਤਰੀਏ ਕਰਮੀ ਲੱਗ। ਹੰਸ ਹੁੰਦਾ ਹੰਕਾਰ, ਲੋਭ ਲਾਲਚ, ਕੋਪ ਕ੍ਰੋਧ, ਹੇਤ ਮੋਹ। ਇਹਨਾਂ ਨੂੰ ਚਾਰਾਂ ਨਦੀਆਂ ਦਾ ਨਾਂ ਆਖੀ। ਵੀ ਜਦੋਂ ਅਸੀਂ ਇਹਨਾਂ ਨਦੀਆਂ 'ਚ ਚੱਲਦੇ ਹਨ ਅਤੇ ਫਿਰ ਇਹ ਸਾਡਾ ਮਨ ਅਸ਼ਾਂਤ ਹੁੰਦਾ, ਫਿਰ ਇਹ ਦੁਖੀ ਹੁੰਦਾ। ਹੁਣ ਇਹਨਾਂ ਨਦੀਆਂ ਤੋਂ ਪਾਰ ਹੋ ਸਕਦੇ ਅਸੀਂ ਨਾਮ ਦੇ ਨਾਲ ਜੁੜ ਕੇ। ਜੇ ਅਸੀਂ ਨਾਮ ਦੇ ਨਾਲ ਜੁੜਾਂਗੇ ਤਾਂ ਅਸੀਂ ਇਹਨਾਂ ਨਦੀਆਂ ਤੋਂ ਪਾਰ ਹੋ ਸਕਦੇ, ਉੱਪਰ ਉੱਠ ਸਕਦੇ, ਨਹੀਂ ਤਾਂ ਅਸੀਂ ਇਹਨਾਂ ਤੋਂ ਤਰ ਨਹੀਂ ਸਕਦੇ। ਫਿਰ ਇਹ ਅਸੀਂ ਇਹਨਾਂ 'ਚ ਨਾਲੇ ਤਾਂ ਡੁੱਬੀ ਜਾਵਾਂਗੇ, ਨਾਲੇ ਜਲੀ ਜਾਵਾਂਗੇ। ਇਹ ਐਸੀ ਅਵਸਥਾ 'ਚ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਇਹ ਜਿਹੜਾ ਨੇਹ ਅਸੀਂ ਲਾਇਆ ਸੰਸਾਰ ਦੇ ਨਾਲ, ਮਾਇਆ ਦੇ ਨਾਲ, ਹੁਣ ਇਹ ਫਿਰ ਝੂਠਾ ਹੈ। ਇਹ ਮੋਹ ਦੀ ਫਾਹੀ ਸਾਡੇ ਮਨਾਂ ਦੇ ਗਲਾਂ ਦੇ ਵਿੱਚ ਪਈ ਹੋਈ ਹੈ। ਇਹਨੂੰ ਸਿਲਕ ਕਹਿੰਦੇ, ਸਿਲਕ ਦੀ ਰੱਸੀ। ਇਹ ਜਿਉਂ-ਜਿਉਂ ਸੰਸਾਰ ਦਾ ਪਸਾਰਾ ਵੱਧਦਾ ਅਤੇ ਉਹ 'ਤੇ ਤੰਦੀ ਵੱਧਦੀ ਜਾਂਦੀ, ਗਾਂ ਦੀ ਗਾਂ ਸਿਲਕ ਇਹ ਹੋਰ ਰੱਸੀ ਟਾਈਟ ਹੁੰਦੀ ਜਾਂਦੀ। ਇਸ ਲਈ ਮਹਾਰਾਜ ਫਰਮਾਉਂਦੇ, ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤਰੀਖਣ ਮੋਹ ਕੀ ਫਾਸ।
ਵੀ ਇਹ ਮੋਹ ਦੀ ਫਾਹੀ ਹੈ ਜਿਹੜੀ ਅੱਤ ਦੀ ਤਿੱਖੀ, ਇਹ ਸਾਡੇ ਗਲਾਂ 'ਚ ਪਈ ਹੋਈ। ਹੁਣ ਇਹ ਮੋਹ ਸਾਨੂੰ ਦੁੱਖ ਦਿੰਦਾ, ਸਾਨੂੰ ਤੰਗ ਕਰਦਾ। ਹੁਣ ਇਹ ਮੋਹ ਦੇ ਵਿੱਚ ਅਸੀਂ ਵੱਜੇ ਹੋਏ ਦੁਖੀ ਵੀ ਹੋਈ ਜਾਂਦੇ। ਵੀ ਜੀਵ ਕੋਈ ਕਿਸੇ ਪੱਖੋਂ ਦੁਖੀ ਹੈ, ਕੋਈ ਕਿਸੇ ਪੱਖੋਂ ਦੁਖੀ ਹੈ। ਹੁਣ ਲੋਭ ਦੇ ਵਿੱਚ, ਲਾਲਚ ਦੇ ਵਿੱਚ ਪਿਆ ਹੋਇਆ, ਇਹਨਾਂ ਨੂੰ ਛੱਡਣਾ ਵੀ ਨਹੀਂ ਚਾਹੁੰਦਾ। ਇਹ ਦੁਖੀ ਵੀ ਹੋਈ ਜਾ ਰਹੇ, ਚੀਕਾਂ ਵੀ ਮਾਰੀ ਜਾਂਦਾ ਬਈ ਮੈਂ ਆਪਦੀ ਔਲਾਦ ਤੋਂ ਬੜਾ ਦੁਖੀ ਹਾਂ ਜੀ, ਮੈਂ ਇਹ ਤੋਂ ਬੜਾ ਦੁਖੀ ਹਾਂ। ਕੋਈ ਕਹਿੰਦਾ ਮੈਂ ਇਹ ਤੋਂ ਬੜਾ ਦੁਖੀ। ਮਹਾਰਾਜ ਕਹਿੰਦੇ ਦੁੱਖ ਦਾ ਕਾਰਨ ਹੈ ਵੀ ਤੁਸੀਂ ਬੰਧਨਾਂ 'ਚ ਬੱਝੇ ਹੋਏ ਹੋ, ਮੋਹ ਦੇ ਵਿੱਚ। ਵੀ ਤੁਸੀਂ ਇਹ ਬੰਧਨਾਂ ਨੂੰ ਕੱਟ ਦਿਓ। ਹੁਣ ਬੰਧਨਾਂ ਨੂੰ ਛੱਡਣਾ ਵੀ ਨਹੀਂ ਚਾਹੁੰਦਾ। ਜਿਵੇਂ ਮਹਾਰਾਜ ਫਿਰ ਸਾਨੂੰ ਇੱਥੇ ਉਦਾਹਰਨਾਂ ਦੇ ਕੇ ਸਮਝਾਉਂਦੇ ਵੀ ਜਿਵੇਂ ਮਰਕਟ ਹੈ, ਬਾਂਦਰ। ਜਿਹੜਾ ਸ਼ਿਕਾਰੀ ਹੈ ਉਹ ਉਹਦੀ ਮਨ ਭਾਉਂਦੀ ਖੁਰਾਕ ਜਾਣਦਾ ਵੀ ਇਹ ਖੇਲਾਂ ਬੜੀਆਂ ਪਸੰਦ ਨੇ। ਉਹਨੇ ਜਦੋਂ ਮਰਕਟ ਨੂੰ, ਬਾਂਦਰ ਨੂੰ ਫੜਨਾ ਹੁੰਦਾ, ਉਹ ਕੀ ਕਰਦਾ ਵੀ ਇੱਕ ਕੁੱਜੀ ਲੈ ਲੈਂਦਾ ਤੰਗ ਮੂੰਹ ਵਾਲੀ, ਕੁਝ ਖੇਲਾਂ ਉਹਦੇ 'ਚ ਪਾ ਕੇ ਉਹਨੂੰ ਟੋਆ ਪੱਟ ਕੇ ਦੱਬ ਦਿੰਦਾ, ਕੁਝ ਖੇਲਾਂ ਆਸੇ ਪਾਸੇ ਖਿਲਾਰ ਦਿੰਦਾ। ਹੁਣ ਉਹ ਬਾਂਦਰਾਂ ਦੇ ਝੁੰਡਾਂ ਦੇ ਝੁੰਡ ਹੁੰਦੇ, ਜਦੋਂ ਆਉਂਦੇ ਦੇਖਦੇ ਤੇ ਇੱਕ ਉਹ ਕੁੱਜੀ ਦੇ ਵਿੱਚ ਹੱਥ ਪਾ ਲੈਂਦਾ। ਜਦੋਂ ਹੱਥ ਪਾਉਂਦਾ ਉਹ ਮੁੱਠੀ ਭਰਦਾ ਹੈ, ਮੁੱਠੀ ਫਸ ਜਾਂਦੀ ਵਿੱਚ, ਫਿਰ ਉਹ ਚੀਕਾਂ ਮਾਰਦਾ। ਹੁਣ ਛੁੱਟ ਸਕਦਾ ਹੈ, ਜਿਵੇਂ ਉਹਨੇ ਹੱਥ ਪਾਇਆ ਜਾਂ ਤਾਂ ਮੁੱਠੀ ਖੋਲ੍ਹ ਦੇਵੇ, ਮੁੱਠੀ ਵੀ ਨਹੀਂ ਖੋਲ੍ਹਣਾ ਚਾਹੁੰਦਾ, ਮੇਰਾ। ਇਹ ਇੰਨੇ ਨੂੰ ਫਿਰ ਸ਼ਿਕਾਰੀ ਸਮਝ ਜਾਂਦਾ ਵੀ ਹੁਣ ਫਸ ਗਿਆ, ਹੁਣ ਨਿਕਲ ਨਹੀਂ ਸਕਦਾ। ਫਿਰ ਇੱਕ ਮੁੱਠੀ ਉਹ ਖੇਲਾਂ ਦੇ ਬਦਲੇ ਉਹਨੂੰ ਫਿਰ ਮਦਾਰੀ ਘਰ ਘਰ ਨਚਾਉਂਦਾ। ਹੁਣ ਉਹੀਓ ਅਵਸਥਾ ਸਤਿਗੁਰੂ ਸਾਡੇ ਮਨ ਦੀ ਦੱਸਦੇ ਬਈ ਮਨ ਚੀਕਾਂ ਵੀ ਮਾਰੀ ਜਾਂਦਾ। ਇਹ ਨਹੀਂ ਵੀ ਦੁਖੀ ਨਹੀਂ ਹੈ ਜੀਵ, ਹਰ ਕਿੰਨੇ ਦੁਖੀ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਦੁਖੀ ਤੁਸੀਂ ਤਾਂ ਕਿਉਂਕਿ ਤੁਸੀਂ ਉਹ ਮੁੱਠੀਆਂ ਭਰੀਆਂ ਹੋਈਆਂ। ਹੁਣ ਅਸੀਂ ਲੋਭ ਦੇ ਵਿੱਚ ਪਏ ਹੋਏ, ਮੋਹ ਦੇ ਵਿੱਚ ਪਏ ਹੋਏ ਦੁਖੀ ਵੀ ਹੋਈ ਜਾ ਰਹੇ ਅਤੇ ਉਹ ਮੁੱਠੀਆਂ ਖੋਲ੍ਹਦੇ ਨਹੀਂ। ਇਹਨੇ ਨੂੰ ਜਿਹੜਾ ਸ਼ਿਕਾਰੀ ਕਾਲ ਫਿਰ ਉਹ ਸਮਝ ਜਾਂਦਾ ਵੀ ਹੁਣ ਨਿਕਲ ਨਹੀਂ ਸਕਦੇ। ਇਹਨੇ ਨੂੰ ਸਾਡਾ ਸਮਾਂ ਖਤਮ ਹੋ ਜਾਂਦਾ। ਫਿਰ ਉਹ ਮਦਾਰੀ ਜਿਵੇਂ ਉਹ ਆ ਕੇ ਫਿਰ ਡੰਡਾ ਮਾਰਦਾ ਉਹਦੇ, ਜਦੋਂ ਬਾਂਦਰ ਨੂੰ ਉਹਨੇ ਛਡਾਉਣਾ ਨਾ, ਫਿਰ ਉਹਦੇ ਗੁੱਟ 'ਤੇ ਡੰਡਾ ਮਾਰਦਾ। ਜਦੋਂ ਡੰਡਾ ਮਾਰਦਾ ਜ਼ੋਰ ਦੀ, ਫਿਰ ਉਹ ਮੁੱਠੀ ਖੋਲ੍ਹ ਦਿੰਦਾ, ਫਿਰ ਉਹਨੂੰ ਫੜ ਕੇ ਲੈ ਜਾਂਦਾ। ਹੁਣ ਉਹੀਓ ਹਾਲਤ ਫਿਰ ਸਾਡੇ ਮਨ ਦੀ। ਇਹਨੇ ਨੂੰ ਇਹਦਾ ਸਮਾਂ ਖਤਮ ਹੋ ਜਾਂਦਾ ਅਤੇ ਫਿਰ ਜੰਮ ਆ ਕੇ ਇਹਨੂੰ ਸਿਰ 'ਚ ਡੰਡਾ ਮਾਰਦੀ, ਫਿਰ ਇਹਦੀਆਂ ਮੁੱਠੀਆਂ ਖੁੱਲ੍ਹਦੀਆਂ। ਅਤੇ ਉਦੋਂ ਖੋਲ੍ਹਣ ਦਾ ਫਾਇਦਾ ਹੀ ਨਹੀਂ ਕੋਈ, ਜਾਂ ਤਾਂ ਪਹਿਲਾਂ ਖੋਲ੍ਹਦਾ ਯਾਦ ਹੋ ਸਕਦਾ ਸੀ। ਬਾਂਦਰ ਜਿਵੇਂ ਛੁੱਟ ਸਕਦਾ ਸੀ, ਜਾਂ ਤਾਂ ਪਹਿਲਾਂ ਖੋਲ੍ਹ ਦਿੰਦਾ, ਉਹਨੇ ਪਹਿਲਾਂ ਤਾਂ ਖੋਲ੍ਹੀ ਨਹੀਂ। ਉਹ ਤਾਂ ਆ ਕੇ ਸ਼ਿਕਾਰੀ ਨੇ ਖਲਾਈ ਉਹ ਤੋਂ, ਜਦੋਂ ਡੰਡਾ ਮਾਰਿਆ ਫਿਰ ਉਹਨੇ ਖੋਲ੍ਹੀ। ਹੁਣ ਇਸੇ ਤਰ੍ਹਾਂ ਹੀ ਫਿਰ ਮਹਾਰਾਜ ਸਾਨੂੰ ਦੱਸਦੇ ਵੀ ਮਨਮੁਖ ਜਿਹੜਾ ਸਾਰੀ ਉਮਰ ਤਾਂ ਉਹ ਛੱਡਦਾ ਨਹੀਂ, ਬੰਧਨਾਂ 'ਚ ਵੱਝਿਆ ਰਹਿੰਦਾ, ਮੋਹ ਦੀ ਫਾਹੀ ਗਲ 'ਚ ਪਾਈ ਰੱਖਦਾ। ਇਹਨੇ ਨੂੰ ਫਿਰ ਉਹਦਾ ਸਮਾਂ ਖਤਮ ਹੋ ਜਾਂਦਾ। ਫਿਰ ਇਹ ਜਿਹੜਾ ਕਾਲ ਹੈ, ਫਿਰ ਇਹਨੂੰ ਇਹ 84 ਲੱਖ ਜੂਨ ਦੇ ਵਿੱਚ ਗੀੜਾ ਕਢਾਉਂਦਾ। ਫਿਰ ਵਾਰ-ਵਾਰ ਇਹਨੂੰ ਜੰਮਣ ਮਰਨ ਦਾ ਜਿਹੜਾ ਇਹ ਰੋਗ ਲੱਗਿਆ ਰਹਿੰਦਾ। ਮਹਾਰਾਜ ਇਸ ਅਵਸਥਾ 'ਚ ਫਰਮਾਉਂਦੇ, ਮਰਕਟ ਮੁਸਤੀ ਨਾਜ ਕੀ ਮਨ ਬੌਰਾ ਰੇ, ਲੀਨੇ ਹਾਥ ਪਸਾਰ, ਛੂਟਨ ਕੋ ਸੰਸਾ ਪਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਵਾਰ। ਬਈ ਜਿਵੇਂ ਉਹ ਇੱਕ ਮੁੱਠੀ ਦੇ ਬਦਲੇ ਮਰਕਟ ਨੇ ਆਪਦਾ ਸਾਰਾ ਜੀਵਨ ਉਹਨੇ ਉਹ ਸ਼ਿਕਾਰੀ ਦੇ ਹਵਾਲੇ ਕਰ ਦਿੱਤਾ। ਹੁਣ ਉਹੀਓ ਹਾਲਤ ਸਾਡੇ ਮਨ ਦੀ ਦੱਸ
ਵੀ ਜਾਂ ਤਾਂ ਹੁਣ ਤੁਸੀਂ ਪਹਿਲਾਂ ਮੁੱਠੀਆਂ ਖੋਲ੍ਹ ਦਿਓ, ਵੀ ਇਹ ਮੋਹ ਦੀ ਜਿਹੜੀ ਫਾਹੀ ਇਹਨੂੰ ਕੱਟ ਦਿਓ। ਜੇ ਜਾਂ ਕੱਟੀ ਜਾਏਗੀ ਅਸੀਂ ਆਜ਼ਾਦ ਹੋ ਜਾਵਾਂਗੇ। ਜਦੋਂ ਅਸੀਂ ਆਜ਼ਾਦ ਹੋ ਗਏ ਅਸੀਂ ਆਪਦੇ ਘਰ ਜਾ ਬਣਨਾ, ਫਿਰ ਸਾਡੇ 'ਤੇ ਕਾਲ ਦਾ ਅਸਰ ਨਹੀਂ ਹੋਏਗਾ। ਹੁਣ ਇੱਧਰ ਲੋਭ ਦੇ ਵਿੱਚ ਜੀਵ ਪਿਆ ਹੋਇਆ, ਮੋਹ ਦੇ ਵਿੱਚ ਵੱਜਿਆ ਹੋਇਆ, ਇਹਨੂੰ ਛੱਡਣਾ ਨਹੀਂ ਚਾਹੁੰਦਾ। ਛੱਡਣ ਦਾ ਮਤਲਬ ਇਹ ਨਹੀਂ ਵੀ ਆਪਾਂ, ਜਿਵੇਂ ਕਈ ਜੀਵ ਪਤਾ ਜਿਹੜੇ ਅਗਿਆਨੀ ਨੇ ਨਾ, ਜਿਹੜੇ ਮਨਮੁਖ ਨੇ, ਉਹ ਪਤਾ ਕੀ ਕਹਿੰਦੇ ਨੇਗੇ, ਉਹ ਕਹਿਣਗੇ ਵੀ ਸ਼ਾਇਦ ਇਹ ਕਹਿੰਦੇ ਨੇ ਬਈ ਇਹ ਘਰ-ਬਾਰ ਛੱਡ ਦਿਓ ਜੀ। ਜੇ ਘਰ-ਬਾਰ ਛੱਡ ਦਿੱਤਾ ਤਾਂ ਫਿਰ ਜਾਵਾਂਗੇ ਕਿੱਥੇ? ਹੁਣ ਇੱਥੇ ਜਿਹੜਾ ਉਪਦੇਸ਼ ਉਹ ਸਾਡੇ ਮਨ ਨੂੰ ਦਿੱਤਾ ਜਾਂਦਾ, ਆਪਾਂ ਰਹਿਣਾ ਤਾਂ ਇੱਥੇ ਹੀ ਹੈ ਸੰਸਾਰ 'ਚ, ਘਰ-ਬਾਰ ਨਹੀਂ ਛੱਡਣਾ। ਜਿਹੜਾ ਸਾਡਾ ਮਨ ਬੱਝਿਆ ਹੋਇਆ ਇਹਨਾਂ ਬੰਧਨਾਂ ਦੇ ਵਿੱਚ, ਭਰਮ ਦੇ ਵਿੱਚ, ਝੂਠੇ ਮੋਹ ਦੇ ਵਿੱਚ, ਹੁਣ ਅਸੀਂ ਇੱਥੇ ਰਹਿੰਦੇ ਹੋਏ ਮਨ ਨੂੰ ਯਾਦ ਕਰੋ ਵੀ ਗੁਰਮੁਖ ਰਹਿੰਦੇ ਤਾਂ ਸੰਸਾਰ 'ਚ ਹੀ ਨੇ, ਉਹਨਾਂ ਦਾ ਵੀ ਤਾਂ ਪਰਿਵਾਰ ਹੁੰਦਾ ਹੀ ਆ, ਉਹਨਾਂ ਦਾ ਵੀ ਘਰ-ਬਾਰ ਹੁੰਦਾ, ਪਰ ਉਹ ਸੰਸਾਰ ਦੇ ਵਿੱਚ ਰਹਿੰਦੇ ਹੀ ਉਹ ਮੁਕਤ ਨੇ, ਕਿਉਂਕਿ ਉਹਨਾਂ ਦਾ ਮਨ ਬੱਝਿਆ ਨਹੀਂ ਹੋਇਆ ਬੰਧਨਾਂ ਦੇ ਵਿੱਚ, ਉਹ ਯਾਦ ਨੇ। ਜਿਨ੍ਹਾਂ ਨੂੰ ਫਿਰ ਇਹ ਜੁਗਤੀ ਆ ਗਈ, ਤਰੀਕਾ ਆ ਗਿਆ, ਜਿਨ੍ਹਾਂ ਨੇ ਸਤਿਗੁਰ ਦੀ ਮੱਤ ਲੈ ਲਈ, ਉਹ ਫਿਰ ਜਿਉਂਦੇ ਜੀ ਹੀ ਇਹਨਾਂ ਬੰਧਨਾਂ ਤੋਂ ਯਾਦ ਹੋ ਜਾਂਦੇ, ਉਹ ਫਿਰ ਸੰਸਾਰ 'ਚ ਰਹਿੰਦੇ ਵਿੱਚ ਹੀ ਮੁਕਤ। ਮਾਰੇ ਫਰਮਾਉਂਦੇ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹੱਸੰਦਿਆਂ ਖਿਲਾਉਂਦਿਆਂ, ਪਹਿਨੰਦਿਆਂ ਖਵਾਉਂਦਿਆਂ, ਵਿੱਚੇ ਹੋਵੇ ਮੁਕਤ। ਬਈ ਇੱਕ ਤਾਂ ਉਹ ਗੁਰਮੁਖ ਨੇ ਜਿਹੜੇ ਵਿੱਚ ਹੀ ਰਹਿੰਦੇ ਹੋਏ ਮੁਕਤ ਨੇ, ਕੰਮ ਕਾਰ ਕਰਦੇ, ਖਾਂਦੇ ਪਹਿਨਦੇ, ਵਿੱਚ ਹੀ ਮੁਕਤ ਨੇ, ਪਰਿਵਾਰ 'ਚ ਰਹਿੰਦੇ। ਹੁਣ ਉਹ ਕਿਵੇਂ ਮੁਕਤ ਨੇ? ਕਿਉਂਕਿ ਉਹਨਾਂ ਦਾ ਮਨ ਨਹੀਂ ਬੱਝਿਆ ਹੋਇਆ। ਉਹਨਾਂ ਦਾ ਮਨ ਹੈ ਜਿਹੜਾ, ਉਹ ਮਨ ਦੀ ਖਲਾਸੀ ਹੋ ਗਈ, ਉਹਨਾਂ ਨੇ ਇਹ ਬੰਧਨਾਂ ਨੂੰ ਕੱਟ ਦਿੱਤਾ। ਹੁਣ ਆਪਣਾ ਮਨ ਹੈ ਜਿਹੜਾ ਉਹ ਬੰਧਨਾਂ 'ਚ ਵੱਜਿਆ ਹੋਇਆ, ਵੱਜਿਆ ਹੋਣ ਕਰਕੇ ਸਾਨੂੰ ਦੁੱਖ ਹੁੰਦਾ, ਤਕਲੀਫ ਹੁੰਦੀ, ਤਾਈਓ ਅਸੀਂ ਅਸ਼ਾਂਤ ਹਾਂ, ਤਾਈਓ ਅਸੀਂ ਦੁਖੀ ਹਾਂ। ਹੁਣ ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਬਈ ਇਹ ਝੂਠੇ ਬੰਧਨਾਂ ਦੇ ਵਿੱਚ ਵੱਜ ਕੇ ਅਸੀਂ ਨਾਲੇ ਤਾਂ ਇੱਥੇ ਦੁਖੀ ਹੋ ਰਹੇ ਹਾਂ, ਅਸੀਂ ਕਿਸੇ ਦਾ ਕੁਝ ਸਵਾਰਦੇ ਨਹੀਂ ਹੈ। ਜੇ ਅਸੀਂ ਆਖੀਏ ਨਾ ਵੀ ਅਸੀਂ ਬੰਧਨਾਂ 'ਚ ਵੱਜ ਕੇ ਅਸੀਂ ਕਿਸੇ ਦਾ ਕੁਝ ਸਵਾਰ ਰਹੇ ਹਾਂ, ਜਾਂ ਕਿਸੇ ਨੂੰ ਅਸੀਂ ਕੋਈ ਲਾਹਾ ਦੇ ਰਹੇ ਹਾਂ, ਵੀ ਅਸੀਂ ਬੰਧਨਾਂ 'ਚ ਵੱਜ ਕੇ ਨਾ ਤਾਂ ਅਸੀਂ ਖੁਦ ਜੀਵਨ ਦਾ ਲਾਹਾ ਲੈ ਰਹੇ ਹਾਂ, ਨਾ ਅਸੀਂ ਅੱਗੇ ਕਿਸੇ ਨੂੰ ਲਾਹਾ ਦੇ ਸਕਦੇ। ਜਦੋਂ ਅਸੀਂ ਖੁਦ ਹੀ ਬੱਝੇ ਹੋਏ ਹਾਂ, ਅਸੀਂ ਕਿਵੇਂ ਕਿਸੇ ਨੂੰ ਯਾਦ ਕਰ ਸਕਦੇ? ਜਿਹੜਾ ਖੁਦ ਹੀ ਬੰਧਨਾਂ 'ਚ ਬੱਝਿਆ ਹੋਇਆ, ਜਿਹੜਾ ਖੁਦ ਹੀ ਕੈਦ ਹੈ, ਉਹ ਕਿਸੇ ਨੂੰ ਕਿਵੇਂ ਆਜ਼ਾਦੀ ਦਿਵਾ ਸਕਦਾ? ਯਾਦ ਤਾਂ ਉਹ ਕਰਾ ਸਕਦਾ ਜਿਹੜਾ ਖੁਦ ਯਾਦ ਹੋਵੇ। ਜਿਹੜਾ ਖੁਦ ਜੀਵਨ ਮੁਕਤ ਹੈ, ਉਹ ਸਾਨੂੰ ਮੁਕਤ ਕਰਾ ਸਕਦਾ, ਉਹ ਸਾਨੂੰ ਜੁਗਤੀ ਤਰੀਕਾ ਦੱਸ ਸਕਦਾ ਵੀ ਇਸ ਤਰੀਕੇ ਦੇ ਨਾਲ ਮੈਂ ਇਹਨਾਂ ਬੰਧਨਾਂ ਤੋਂ ਆਜ਼ਾਦੀ ਪਾਈ, ਵੀ ਇਹਨਾਂ ਬੰਧਨਾਂ ਨੂੰ ਕੱਟਿਆ। ਵੀ ਤੁਸੀਂ ਵੀ ਇਹ ਤਰੀਕਾ ਜੁਗਤੀ ਵਰਤੋ ਅਤੇ ਤੁਸੀਂ ਵੀ ਇਹ ਬੰਧਨਾਂ ਨੂੰ ਕੱਟ ਲਓ ਅਤੇ ਤੁਸੀਂ ਵੀ ਆਜ਼ਾਦ ਹੋ ਜਾਓ। ਹੁਣ ਬੰਧਨ ਕੀ ਬਣ ਗਏ ਸਾਡੇ? ਬੰਧਨ ਨੇ ਵਿਚਾਰ ਫੁਰਨੇ। ਹੁਣ ਅਸੀਂ ਹੋਰ ਕੋਈ ਸੰਸਾਰੀ ਦੁਨਿਆਵੀ ਕਿਸੇ ਚੀਜ਼ ਨਾਲ ਨਹੀਂ ਅਸੀਂ ਬੰਨੇ ਹੋਏ, ਵੀ ਜੇ ਅਸੀਂ ਆਖੀਏ ਵੀ ਅਸੀਂ ਜੇਲ੍ਹ 'ਚ ਬੰਦ ਹਾਂ ਜੀ, ਜਾਂ ਸਾਨੂੰ ਕੋਈ ਹੋਰ ਕਿਸੇ ਚੀਜ਼ ਨਾਲ ਦ੍ਰਿਸ਼ਟ ਮਨ ਨਾਲ ਬੰਨਿਆ ਹੋਇਆ, ਜਾਂ ਸਾਨੂੰ ਕੋਈ ਰੱਸਾ ਪਾਇਆ, ਜਾਂ ਸਾਡੇ ਕੋਈ ਬੇੜੀਆਂ ਪਾਈਆਂ ਹੋਈਆਂ। ਝੂਠੇ ਬੰਧਨ ਨੇ, ਜਿਹੜਾ ਇਹ ਮੋਹ ਦੀਆਂ ਗੰਢਾਂ ਨੇ। ਹੁਣ ਗੁਰੂ ਤੋਂ ਬਿਨਾਂ ਇਹ ਗੰਢਾਂ ਖੁੱਲ੍ਹ ਨਹੀਂ ਸਕਦੀਆਂ। ਅਸੀਂ ਹੋਰ ਕਸੀ ਤਾਂ ਜਾਵਾਂਗੇ ਉਹਨਾਂ ਨੂੰ, ਤੰਦੀ ਹੋਰ ਗਾਂਹ ਦੀ ਗਾਂਹ ਸਾਡੀ ਉਲਝਦੀ ਤਾਂ ਜਾਏਗੀ, ਪਰ ਅਸੀਂ ਸੁਲਝਾ ਨਹੀਂ ਸਕਦੇ ਆਪਦੇ ਆਪ।
ਅਸੀਂ ਇੱਥੋਂ ਨਿਕਲ ਨਹੀਂ ਸਕਦੇ। ਗੁਰੂ ਨਾਨਕ ਪਾਤਸ਼ਾਹ ਇਸ ਲਈ ਆਪਾਂ ਨੂੰ ਫਰਮਾਉਂਦੇ, ਇਹ ਜਗ ਤਾਗੋ ਸੂਤ ਕੋ ਦਹਿ ਦਿਸ ਬਾਧੋ ਮਾਏ, ਬੈਨ ਗੁਰ ਗਾਂਠਨ ਛੁਟੀ ਥਾਕੀ ਕਰਮ ਕਮਾਈ। ਵੀ ਇਹ ਮਾਇਆ ਦਾ ਜਿਹੜਾ ਸੂਤ ਦਾ ਤਾਗਾ 10 ਪਾਸਿਆਂ ਤੋਂ ਸਾਡੇ ਮਨ ਨੂੰ ਬੰਨ੍ਹਿਆ ਹੋਇਆ, ਇਹ ਤਾਗੇ ਨਾਲ, ਮਤਲਬ ਵਿਚਾਰਾਂ ਦੇ ਨਾਲ। ਹੁਣ ਗੁਰੂ ਤੋਂ ਬਿਨਾਂ ਕਹਿੰਦੇ ਵੀ ਇਹ ਗੰਢਾਂ ਖੁੱਲ੍ਹਦੀਆਂ ਨਹੀਂ, ਵੀ ਅਸੀਂ ਕਿੰਨਾ ਵੀ ਕਰਮ ਕਰ ਕਰਕੇ ਥੱਕ ਜਾਈਏ ਆਪਦੀ ਮੱਤ ਦੁਆਰ, ਜਿੰਨਾ ਮਰਜ਼ੀ ਅਸੀਂ ਜ਼ੋਰ ਲਾ ਲਈਏ, ਅਸੀਂ ਨਹੀਂ ਇੱਥੋਂ ਨਿਕਲ ਸਕਦੇ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਇੱਥੋਂ ਨਿਕਲਣਾ, ਤੁਸੀਂ ਗੁਰੂ ਦੀ ਮੱਤ ਲੈ ਕੇ ਨਿਕਲ ਸਕਦੇ। ਆਪਦੀ ਮੱਤ ਦੁਆਰਾ ਅਸੀਂ ਹੋਰ ਤਾਂ ਬੰਧਨਾਂ 'ਚ ਵੱਜ ਜਾਂਗੇ, ਪਰ ਅਸੀਂ ਇੱਥੋਂ ਆਜ਼ਾਦ ਨਹੀਂ ਹੋ ਸਕਦੇ, ਨਿਕਲ ਨਹੀਂ ਸਕਦੇ ਇੱਥੋਂ। ਤਾਂਹੀਓ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਹੁਣ ਅਸੀਂ ਇੱਥੋਂ ਕਿਵੇਂ ਸਾਡੀ ਖਲਾਸੀ ਹੋਵੇ, ਕਿਵੇਂ ਬੰਦੀਖਾਨੇ ਦੇ ਵਿੱਚੋਂ ਅਸੀਂ ਆਜ਼ਾਦ ਹੋਈ। ਅਤੇ ਜਦ ਤੱਕ ਆਜ਼ਾਦ ਨਹੀਂ ਹੁੰਦੇ ਅਸੀਂ ਆਪਦੇ ਦੇਸ਼ ਨਹੀਂ ਜਾ ਸਕਦੇ। ਜਿਵੇਂ ਆਪਾਂ ਕਿਸੇ ਹੋਰ ਦੇਸ਼ ਪ੍ਰਦੇਸ਼ ਚਲੇ ਜਾਈਏ, ਉੱਥੇ ਆਪਣੇ ਕੋਲ ਵੀਜ਼ਾ ਨਾ ਹੋਵੇ, ਪਾਸਪੋਰਟ ਨਾ ਹੋਵੇ, ਉਹ ਫੜ ਕੇ ਆਪਾਂ ਨੂੰ ਅੰਦਰ ਕਰ ਦੇਣ, ਜੇਲ੍ਹ ਦੇ ਵਿੱਚ ਬੰਦ। ਹੁਣ ਉੱਥੋਂ ਅਸੀਂ ਆਪਦੇ ਆਪ ਨਿਕਲ ਕੇ ਵਾਪਸ ਆਪਦੇ ਦੇਸ਼ ਨਹੀਂ ਆ ਸਕਦੇ ਜਦ ਤੱਕ ਉੱਥੋਂ ਅਸੀਂ ਆਜ਼ਾਦ ਨਹੀਂ ਹੁੰਦੇ। ਹੁਣ ਆਜ਼ਾਦੀ ਸਾਨੂੰ ਕਿਵੇਂ ਮਿਲੇ? ਜਦ ਤੱਕ ਸਾਡਾ ਕੋਈ ਕੇਸ ਨਹੀਂ ਲੜਦਾ, ਉਹਨਾਂ ਸਮਾਂ ਅਸੀਂ ਆਜ਼ਾਦ ਨਹੀਂ ਹੋ ਸਕਦੇ, ਨਿਕਲ ਨਹੀਂ ਸਕਦੇ। ਹੁਣ ਇਸ ਵਾਸਤੇ ਫਿਰ ਇਹ ਪਰਦੇਸ ਹੈ, ਅਸੀਂ ਇੱਥੇ ਪਰਦੇਸ ਦੇ ਵਿੱਚ ਆਏ। ਜਦੋਂ ਪਰਦੇਸ ਦੇ ਵਿੱਚ ਆਏ, ਕਾਲ ਨੇ ਆਪਦੇ ਜਰਨੈਲਾਂ ਨੂੰ ਹੁਕਮ ਕਰ ਦਿੱਤਾ ਵੀ ਇਹ ਆਪਣੇ ਦੇਸ਼ ਆਏ ਨੇ, ਇਹਨਾਂ ਦੇ ਪਰਵਾਨੇ ਚੈੱਕ ਕਰੋ ਬਈ ਇਹ ਕਿਵੇਂ ਆਪਣੇ ਦੇਸ਼ ਵਿੱਚ ਪ੍ਰਵੇਸ਼ ਹੋਏ ਨੇ। ਜਦੋਂ ਕਾਲ ਨੇ ਪਰਵਾਨੇ ਚੈੱਕ ਕਰਨੇ ਸ਼ੁਰੂ ਕੀਤੇ ਅਤੇ ਕਿਸੇ ਕੋਲੋਂ ਬੰਨਾ ਪਰਵਾਨਾ ਨਿਕਲਿਆ, ਅਸੀਂ ਸਾਰਾ ਪਰਵਾਨਾ ਆਪਦੇ ਘਰ ਹੀ ਭੁੱਲਿਆ। ਫਿਰ ਕਾਲ ਨੇ ਆਖਿਆ ਵੀ ਇਹ ਚੋਰ ਨੇ, ਇਹਨਾਂ ਨੂੰ ਬੰਨ੍ਹ ਲਓ ਸਾਰਿਆਂ ਨੂੰ। ਬੰਨ੍ਹ ਕੇ ਇਹਨਾਂ ਨੂੰ ਬੰਦੀਖਾਨੇ ਦੇ ਵਿੱਚ ਬੰਦ ਕਰ ਦਿੱਤੇ ਵੀ ਇਹ ਆਪਣੇ ਦੇਸ਼ ਦੇ ਵਿੱਚ ਆਏ ਅਤੇ ਆਏ ਕਿਵੇਂ ਨੇ। ਮਹਾਰਾਜ ਕਹਿੰਦੇ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਫਾਰ, ਵੀ ਇੱਕ ਗੁਰੂ ਹੀ ਸੀ ਜਿਹੜਾ ਕਾਲ ਦੇ ਦਾਇਰੇ 'ਚੋਂ ਬਾਹਰ ਸੀ, ਬਾਕੀ ਕਾਲ ਨੇ ਸਾਰਿਆਂ ਨੂੰ ਫੜ ਕੇ ਬੰਦੀਖਾਨੇ 'ਚ ਡੱਕ ਦਿੱਤਾ, ਬੰਦ ਕਰ ਦਿੱਤਾ। ਹੁਣ ਜਦੋਂ ਸਾਨੂੰ ਬੰਦ ਕਰ ਦਿੰਦੇ ਸਾਡੇ ਮਨਾਂ ਨੂੰ, ਹੁਣ ਇੱਕ ਇੱਦਾਂ ਦਾ ਬੰਦੀਖਾਨਾ ਜਿੱਥੇ ਇਹਨੂੰ ਬੰਦ ਕਰ ਦਿੰਦੇ। ਹੁਣ ਇਹ ਇੱਦਾਂ ਦਾ ਬੰਦੀਖਾਨਾ ਹੈ ਵੀ ਜਿੱਥੇ ਅੰਧਕੂਪ ਹੈ, ਜਿੱਥੇ ਫਿਰ ਇਹਨੂੰ ਨਿਕਲਣ ਦਾ ਕੋਈ ਆਸਰਾ ਨਹੀਂ ਰਹਿਣ ਦਿੰਦੇ। ਆਪ ਜਲ ਦੇ ਵਿੱਚ ਵੀ ਨਾ ਤਾਂ ਇਹਨੂੰ ਕਿਸੇ ਬੇੜੇ ਦਾ, ਨਾ ਵੰਝ ਦਾ, ਨਾ ਮਲਾਰ ਦਾ, ਵੀ ਇੱਥੋਂ ਨਿਕਲ ਨਹੀਂ ਸਕਦਾ। ਮਹਾਰਾਜ ਕਹਿੰਦੇ ਭਵ ਜਲ, ਵੀ ਜਿਹੜਾ ਜਿੱਥੇ ਇਹਨੂੰ ਬੰਦ ਕੀਤਾ ਬਈ ਉੱਥੇ ਇਹਨੂੰ ਕੋਈ ਵੀ ਫਿਰ ਇਹ ਆਸਰਾ ਨਹੀਂ ਛੱਡਦੇ ਵੀ ਇੱਥੋਂ ਨਿਕਲ ਨਹੀਂ ਸਕਦਾ ਇਹ ਆਪਦੀ ਮੱਤ ਦੁਆਰਾ। ਜੇ ਨਿਕਲੇਗਾ ਵੀ ਤੇ ਭਵ ਸਾਗਰ ਦੇ ਵਿੱਚ ਹੀ ਡੁੱਬ ਜਾਏਗਾ, ਪਾਰ ਨਹੀਂ ਹੋ ਸਕਦਾ। ਤਾਂ ਮਹਾਰਾਜ ਕਹਿੰਦੇ ਨਾ ਕੰਧੀ ਨਾ ਪਾਰ, ਵੀ ਉੱਥੋਂ ਨਾ ਤਾਂ ਕੋਈ ਕੰਧੀ ਕਿਨਾਰਾ ਦਿਸ। ਭਵ ਜਲ ਬੇਖਮ ਡਰਾਵਣੋ, ਨਾ ਕੰਧੀ ਨਾ ਪਾਰ, ਵੀ ਉਹ ਭਵ ਜਲ ਜਿਹੜਾ ਉਹ ਬੜਾ ਬੇਖਮ ਅਤੇ ਬੜਾ ਡਰਾਉਣਾ। ਹੁਣ ਉੱਥੇ ਫਿਰ ਇਹਨੂੰ ਮਨ ਨੂੰ ਬੰਦ ਕਰ ਦਿੰਦੇ, ਬੰਦ ਕੀਤਾ ਹੋਇਆ ਇਹਨੂੰ ਭੁੱਖਾ ਰੱਖਦੇ, ਵੀ ਇਹਨੂੰ ਇਹਦੀ ਖੁਰਾਕ ਨਹੀਂ ਦੇਣੀ, ਇਹਨੂੰ ਭੁੱਖਾ ਰੱਖਣਾ। ਮਾਲਕ ਦੇਖਦੇ ਵੀ ਪਰਦੇਸ ਗਏ ਸੀ ਕਿਰਤ ਕਰਨ ਵਾਸਤੇ, ਉਹ ਫਿਰ ਵੀ ਪਿੱਛੇ ਭੇਜਦੇ ਖੁਰਾਕ, ਬਈ ਬੱਚਾ ਪਰਦੇਸ ਗਿਆ ਭੁੱਖਾ ਨਾ ਹੋਵੇ।
ਉਹ ਜਦੋਂ ਮਾਲਕ ਖੁਰਾਕ ਭੇਜਦੇ ਤੇ ਇਹ ਰਸਤੇ 'ਚ ਹੀ ਚੋਰੀ ਕਰ ਲੈਂਦੇ ਵੀ ਇਹਨਾਂ ਤੱਕ ਪਹੁੰਚਣ ਨਹੀਂ ਦੇਣ। ਮਹਾਰਾਜ ਫਿਰ ਇਸ ਲਈ ਦੱਸਦੇ, ਇਸ ਦੇਹੀ ਅੰਦਰ ਪੰਜ ਚੋਰ ਵਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਬਈ ਇਸੇ ਫਿਰ ਇਹ ਅੰਮ੍ਰਿਤ ਲੁੱਟੀ ਜਾਂਦੀ, ਮਨ ਨੂੰ ਭੁੱਖਾ ਰੱਖਦੀ। ਫਿਰ ਇਹ ਕਹਿੰਦੇ ਵੀ ਇਹਨਾਂ ਨੂੰ ਨੰਗੇ ਰੱਖੋ, ਇਹਨਾਂ ਨੂੰ ਪਹਿਨਣ ਨਹੀਂ ਦੇਣਾ ਕੱਪੜਾ ਸਿਵ ਸਲਾਤ। ਵੀ ਅਸੀਂ ਜਿਹੜਾ ਕੱਪੜਾ ਪਾਉਣਾ ਸੀ, ਮਾਲਕ ਦੀ ਸਿਵ ਸਲਾਹ ਕਰਨੀ ਸੀ, ਇਹ ਨਹੀਂ ਕਰਨ ਦਿੰਦੇ। ਜਿਵੇਂ ਹੁਣ ਆਪਾਂ ਕਿਸੇ ਨੂੰ ਆਖੀਏ ਨਾ ਵੀ ਸਿਮਰਨ ਕਰੋ, ਕਹਿੰਦੇ ਹੁੰਦਾ ਹੀ ਨਹੀਂ। ਕਿਉਂ ਨਹੀਂ ਹੁੰਦਾ? ਕਿਉਂਕਿ ਇਹਨਾਂ ਨੇ ਬੰਦੀਖਾਨੇ 'ਚ ਬੰਦ ਕੀਤਾ ਹੋਇਆ, ਕਰਨ ਨਹੀਂ ਦਿੰਦੇ। ਵੀ ਇਹਨਾਂ ਨੂੰ ਭੁੱਖਿਆਂ ਤੇ ਨੰਗਿਆਂ ਰੱਖਣਾ, ਵੀ ਕਿਤੇ ਸਿਵ ਸਲਾਹ ਦਾ ਕੱਪੜਾ ਨਾ ਪਾ ਲੈਣ। ਵੀ ਇਸ ਕਰਕੇ ਫਿਰ ਉਹ ਨੰਗਾ ਰੱਖਦੀ। ਫਿਰ ਇਹ ਹਾਲਤ ਜਦੋਂ ਸਾਡੇ ਮਨਾਂ ਦੀ ਹੋ ਗਈ ਵੀ ਅਸੀਂ ਭੁੱਖੇ ਹੋ ਗਏ, ਨੰਗੇ ਹੋ ਗਏ, ਤੇ ਫਿਰ ਇਹਨੂੰ ਬੇੜੀਆਂ ਲਾ ਦਿੰਦੇ ਲੋਭ ਦੀਆਂ, ਗਲਾਂ ਦੇ ਵਿੱਚ ਫਾਹੀ ਪਾ ਦਿੰਦੇ। ਹੁਣ ਜਦੋਂ ਗਲ 'ਚ ਫਾਹੀ ਪਈ ਹੋਈ, ਪੈਰਾਂ 'ਚ ਲੋਭ ਦੀਆਂ ਬੇੜੀਆਂ ਪਈਆਂ ਹੋਈਆਂ, ਉਤੋਂ ਭੁੱਖਾ ਤੇ ਉਤੋਂ ਨੰਗਾ, ਫਿਰ ਇਹਨੂੰ ਕੋੜ ਚੱਲ ਜਾਂਦਾ, ਇਹ ਕੋਸ਼ਟੀ ਹੋ ਜਾਂਦਾ ਮਾਨੇ। ਜਿਹੜਾ ਮਹਾਰਾਜ ਕਹਿੰਦੇ ਬੈਰਨ ਨਾਮੇ ਮਨ ਤਨ ਹੈ ਕੋਸ਼ਟੀ, ਵਿੱਚ ਨਰਕੇ ਵਾਸਾ ਪਾਇੰਦਾ। ਕੋਸ਼ਟ ਹੁੰਦਾ ਕੋੜ, ਵੀ ਇਹਨੂੰ ਕੋੜ ਚੱਲ ਜਾਂਦਾ। ਫਿਰ ਇਹ ਹਾਲਤ ਜਦੋਂ ਮਨ ਦੀ ਹੁੰਦੀ ਵੀ ਫਿਰ ਇਹ ਕਹਿੰਦਾ ਕਾਲ ਵੀ ਇਥੋਂ ਬੰਦੀਖਾਨੇ ਦੇ ਵਿੱਚੋਂ ਕਿਤੇ ਨਿਕਲ ਨਾ ਜਾਣ, ਵੀ ਇਹਨਾਂ ਦੇ ਅੰਦਰ ਦੁਬਦਾ ਪੈਦਾ ਕਰਦੇ ਇੱਕ ਦੂਸਰੇ ਪ੍ਰਤੀ, ਵੀ ਇਹ ਨਾ ਹੋਵੇ ਕਿਤੇ ਇਕੱਠੇ ਬੈਠ ਕੇ ਇਹ ਤੋਂ ਨਿਕਲਣ ਦੀ ਰਹੀ ਕਰ ਲੈਣ। ਵੀ ਐਸੀ ਦੁਬਦਾ ਇਹਨਾਂ ਦੇ ਅੰਦਰ ਪੈਦਾ ਕਰੋ, ਪਾਵੋ, ਵੀ ਆਪਸ ਵਿੱਚ ਬੈਠ ਕੇ ਵਿਚਾਰ ਹੀ ਨਾ ਕਰਨ, ਗੱਲ ਹੀ ਨਾ ਕਰਨ। ਉਹ ਸਾਰਿਆਂ ਦੇ ਅੰਦਰ ਇੱਕ ਦੂਸਰੇ ਪ੍ਰਤੀ ਦੁਬਦਾ ਪੈਦਾ ਕਰ ਦਿੱਤੀ, ਦੁਬਦਾ ਲਾ ਦਿੱਤੀ। ਫਿਰ ਉਹ ਕਹਿੰਦੇ ਵੀ ਇਹਨਾਂ ਨੂੰ ਵਿਹਲਿਆਂ ਮਨਾ ਛੱਡੋ, ਇਹ ਨਾ ਹੋਵੇ ਵੀ ਵਿਹਲੇ ਰਹਿਣਗੇ ਤੇ ਫਿਰ ਨਾ ਇੱਥੋਂ ਨਿਕਲਣ ਦਾ ਕੋਈ ਨਾ ਕੋਈ ਹੱਲ ਕੱਢ ਲੈਣ। ਵੀ ਇਹਨਾਂ ਨੂੰ ਹੁਣ ਵੰਗਾਰ 'ਤੇ ਲਾਓ, ਗੁਲਾਮੀ ਕਰਾਓ ਇਹਨਾਂ 'ਚ। ਉਹ ਫਿਰ ਇਹ ਕੀ ਕਰਦੇ, ਇਹ ਸਾਨੂੰ ਆਪਣੇ ਗੁਲਾਮ ਬਣਾ ਕੇ ਕਿਸੇ ਨੂੰ ਨੌਕਰੀ 'ਤੇ ਲਾ ਦਿੰਦੇ, ਕਿਸੇ ਨੂੰ ਦਿਹਾੜੀ ਕਰਨ 'ਤੇ ਲਾ ਦਿੰਦੇ, ਕਿਸੇ ਨੂੰ ਦੁਕਾਨ 'ਤੇ ਬਿਠਾ ਦਿੰਦੇ, ਕਿਸੇ ਨੂੰ ਖੇਤੀਬਾੜੀ ਕਰਨ 'ਤੇ ਲਾ ਦਿੰਦੇ। ਬਈ ਸਾਰਾ ਦਿਨ ਇਹਨਾਂ ਤੋਂ ਆਪਣੀ ਵੰਗਾਰ ਕਰਾਓ, ਵਿਹਲਿਆਂ ਨਾ ਛੱਡੋ। ਜਦੋਂ ਮਾੜੇ ਮੋਟੇ ਵਿਹਲੇ ਹੁੰਦੇ, ਇੰਨੀ ਦੁਬਦਾ ਪੈਦਾ ਕਰ ਦਿਓ ਵੀ ਉਦੋਂ ਹੀ ਲੜਨਾ ਸ਼ੁਰੂ ਕਰ ਦੇਣ ਇੱਕ ਦੂਜੇ ਨਾਲ, ਤੇ ਫਿਰ ਲਿਆ ਕੇ ਇਹਨਾਂ ਨੂੰ ਫਿਰ ਬੰਦੀਖਾਨੇ 'ਚ ਬੰਦ ਕਰਦੇ। ਹੁਣ ਇਹ ਹਾਲਤ ਫਿਰ ਸਾਡੇ ਮਨਾਂ ਦੀ ਹੋ ਜਾਂਦੀ। ਸਾਰਾ ਦਿਨ ਇਹਨਾਂ ਦੀ ਗੁਲਾਮੀ ਕਰਦੇ ਤੇ ਰਾਤ ਨੂੰ ਫਿਰ ਬੰਦੀਖਾਨੇ 'ਚ ਬੰਦ। ਫਿਰ ਨਾਲੇ ਇਹਨਾਂ ਦੀ ਗੁਲਾਮੀ ਕਰਦੇ, ਨਾਲੇ ਇਹ ਕੁੱਟਦੇ, ਤੇ ਨਾਲੇ ਫਿਰ ਇਹਨਾਂ ਦੀ ਗੁਲਾਮੀ ਖਾਤਰ ਅਸੀਂ ਲੜਦੇ ਵੀ ਹਾਂ ਇੱਕ ਦੂਜੇ। ਵੀ ਮੈਂ ਗੁਲਾਮੀ ਵੱਧ ਕਰਦਾ, ਜਿਹੜਾ ਵੱਧ ਕਰਦਾ ਓਨਾ ਜ਼ਿਆਦਾ ਹੋਰ ਹਉਮੈ ਹੰਕਾਰ ਕਰਦਾ, ਵੀ ਮੈਂ ਜ਼ਿਆਦਾ ਕਰਦਾ ਉਹ ਦੂਜਾ ਘੱਟ ਕਰਦਾ। ਹੁਣ ਇੰਨਾ ਜ਼ਿਆਦਾ ਅਸੀਂ ਅਗਿਆਨਤਾ ਦੇ ਵਿੱਚ ਚਲੀ ਗਏ। ਜਦੋਂ ਇਹ ਹਾਲਤ ਮਾਲਕ ਸਾਡੇ ਜੀਵਾਂ ਦੀ ਦੇਖਦੇ ਵੀ ਇਹਨਾਂ ਨੂੰ ਬਣਾ ਕੇ ਤਾਂ ਰਾਜੇ ਭੇਜੇ ਅਸੀਂ, ਵੀ ਇਹ ਤਾਂ ਉੱਥੇ ਜਾ ਕੇ ਗੁਲਾਮ ਬਣ ਗਏ, ਇਹ ਤਾਂ ਉੱਥੇ ਜਾ ਕੇ ਮੰਗਤੇ ਬਣ ਗਏ, ਭਿਖਾਰੀ ਬਣ ਗਏ। ਫਿਰ ਮਾਲਕ ਜਿਹੜੇ ਉਹਨੂੰ ਅੱਛੇ ਲੱਗਦੇ, ਜਿਹੜੇ ਉਹਦੇ ਨਜ਼ਰ ਹੇਠ ਆਉਂਦੇ, ਫਿਰ ਉਹਨਾਂ ਗੁਰਮੁਖਾਂ ਨੂੰ ਭੇਜਦੀ ਵੀ ਜਾਓ, ਉਹਨਾਂ ਨੂੰ ਜਾ ਕੇ ਦੱਸੋ, ਉਹਨਾਂ ਨੂੰ ਜਾ ਕੇ ਸਮਝਾਓ
ਵੀ ਉਹਨਾਂ ਨੂੰ ਵਾਪਸ ਲੈ ਕੇ ਆਓ, ਵੀ ਹੁਣ ਉੱਥੋਂ ਵਾਪਸ ਨਹੀਂ ਆਉਣਗੇ ਆਪਦੇ ਆਪ, ਕਿਉਂਕਿ ਉਹ ਤਾਂ ਉੱਥੇ ਦੀ ਵਾਸੀ ਬਣ ਕੇ ਰਹਿ ਗਏ। ਉਹ ਤਾਂ ਗੁਲਾਮੀ ਬੜੀ ਹੱਸ ਕੇ ਕਰਦੇ ਨੇ ਉਹਨਾਂ ਦੀ, ਵੀ ਇੰਨੀ ਸੁੱਧ ਬੁੱਧ ਮਾਰੀ ਗਈ, ਉਹਨਾਂ ਨੂੰ ਇਹੋ ਨਹੀਂ ਪਤਾ ਰਿਹਾ ਵੀ ਅਸੀਂ ਗੁਲਾਮ ਬਣੀ ਬੈਠੇ, ਵੀ ਸਾਨੂੰ ਬੰਦੀਖਾਨੇ 'ਚ ਬੰਦ ਕੀਤਾ ਹੋਇਆ, ਨਿਕਲਣ ਦੀ ਵੀ ਨਹੀਂ ਕੋਸ਼ਿਸ਼ ਕਰਦੀ। ਜਿਵੇਂ ਅੱਗੇ ਕਾਲੇ ਪਾਣੀ ਦੀ ਸਜ਼ਾ ਦੇ ਦਿੰਦੇ, ਉੱਥੋਂ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ। ਹੁਣ ਇਹੋ ਹਾਲਤ ਹੈ ਜਦੋਂ ਸਾਡੇ ਮਨਾਂ ਦੀ ਦੇਖਦੇ ਵੀ ਹੁਣ ਜਦ ਤੱਕ ਇਹਨਾਂ ਦਾ ਸਮਾਂ ਵੀ ਆਪਦੇ ਆਪ ਤਾਂ ਵਾਪਸ ਆਉਣਗੇ ਹੀ ਉੱਥੋਂ, ਵੀ ਜਦੋਂ ਸਮਾਂ ਖਤਮ ਹੋਏਗਾ ਫਿਰ ਹੀ ਆਉਣਗੇ, ਨਹੀਂ ਤਾਂ ਜਦ ਤੱਕ ਸਮਾਂ ਹੈਗਾ ਉਨਾ ਸਮਾਂ ਇਹਨਾਂ ਦੀ ਕੋਈ ਉਮੀਦ ਨਹੀਂ ਵੀ ਇਹ ਵਾਪਸ ਮੁੜ ਕੇ ਆਉਣ ਘਰ। ਫਿਰ ਮਾਲਕ ਭੇਜਦੇ ਗੁਰਮੁਖਾਂ ਨੂੰ ਵੀ ਜਾਓ, ਉਹਨਾਂ ਨੂੰ ਜਾ ਕੇ ਸਮਝਾਓ, ਉਹਨਾਂ ਨੂੰ ਯਾਦ ਕਰਾ ਕੇ ਲੈ ਕੇ ਆਓ ਉੱਥੋਂ। ਫਿਰ ਜਦੋਂ ਗੁਰਮੁਖ ਆਉਂਦੇ ਸਾਨੂੰ ਸਮਝਾਉਣ ਵਾਸਤੇ, ਹੁਣ ਸਾਡੇ ਅੰਦਰ ਦੁਬਦਾ ਹੋਣ ਕਰਕੇ, ਦੁਬਦਾ ਨੂੰ ਬੌਰੀ ਆਖਿਆ, ਅਤੇ ਜਿਹਨੂੰ ਚੁੰਬੜ ਜਾਂਦੀ ਉਹਨੂੰ ਵੀ ਬੌਰਾ ਕਰ ਦਿੰਦੀ। ਸਾਡੇ ਮਨ ਵੀ ਬੌਰੇ ਹੋ ਗਏ, ਅਸੀਂ ਕਮਲੇ ਹੋ ਗਏ। ਮਹਾਰਾਜ ਕਹਿੰਦੇ ਦੁਬਦਾ ਬੌਰੀ ਮਨ ਬੌਰਾਇਆ, ਵੀ ਦੁਬਦਾ ਤਾਂ ਬੌਰੀ ਸੀਗੀ, ਉਹ ਸਾਡਾ ਮਨ ਵੀ ਬੌਰਾ ਹੋ ਗਿਆ ਨਾਲ। ਹੁਣ ਉਹ ਗੁਰਮੁਖ ਜਦੋਂ ਆਉਂਦੇ, ਉਹਨਾਂ ਨੇ ਆ ਕੇ ਸ਼ੁਰੂ ਕਰਨਾ ਸਾਡੇ ਦੇਸ਼ ਤੋਂ ਪਰਲੋਕ ਦੀ ਗੱਲ ਕਰਤੀ, ਚੌਥੇ ਪਦ ਦੀ ਗੱਲ ਕਰਦੇ, ਨਾਮ ਦੀ ਗੱਲ ਕਰਦੇ, ਸਾਡੇ ਘਰ ਦੀ ਗੱਲ ਕਰਤੀ। ਨਾ ਤਾਂ ਅਸੀਂ ਕਮਲੇ ਹੋਏ, ਨਾ ਤਾਂ ਅਸੀਂ ਆਪਦੇ ਦੇਸ਼ ਦੀ ਗੱਲ ਸਮਝਦੇ, ਕਿਉਂਕਿ ਨਾ ਤਾਂ ਸਾਨੂੰ ਆਪਦੇ ਦੇਸ਼ ਦਾ ਪਤਾ, ਨਾ ਅਸੀਂ ਚੌਥੇ ਪਦ ਨੂੰ ਜਾਣਦੇ ਵੀ ਚੌਥਾ ਪਦ ਵੀ ਕੋਈ ਚੀਜ਼ ਹੁੰਦੀ। ਸਾਨੂੰ ਇਹ ਵੀ ਨਹੀਂ ਪਤਾ ਚੌਥਾ ਪਦ ਕੀ ਹੈ। ਅਸੀਂ ਆਪਦਾ ਜਿਹੜਾ ਘਰ ਸੀ ਨਿੱਜ ਮੈਲ, ਉਹ ਘਰ ਨੂੰ ਵੀ ਭੁੱਲ ਗਏ, ਅਤੇ ਜਿਹੜਾ ਘਰ ਦਾ ਦਰ ਸੀ ਉਹ ਦਰ ਨੂੰ ਵੀ ਭੁੱਲ ਗਏ। ਉਹ ਗੁਰਮੁਖ ਜਦੋਂ ਆ ਕੇ ਸਾਨੂੰ ਸਮਝਾਉਣਾ ਸ਼ੁਰੂ ਕਰਦੇ, ਅਤੇ ਉਹ ਜੀਵ ਉਹਨਾਂ ਦੇ ਖਿਲਾਫ ਹੋ ਜਾਂਦੇ, ਕਮਲੇ ਉਹਨਾਂ ਦੀ ਉਲਟ ਹੋ ਜਾਂਦੇ। ਇਹ ਨਹੀਂ ਪਤਾ ਵੀ ਅਸੀਂ ਕਮਲੇ ਹੋਏ ਹਾਂ, ਉਹਨਾਂ ਨੂੰ ਕਮਲਾ ਦੱਸਣ ਲੱਗ ਜਾਂਦੇ ਵੀ ਇਹ ਕਮਲਾ ਹੈ ਜੀ, ਇਹ ਤਾਂ ਗੱਲ ਹੀ ਹੋਰ ਹੀ ਕਰਤ, ਵੀ ਜਿਹੜੀ ਅਸੀਂ ਤਾਂ ਕਦੇ ਪਹਿਲਾਂ ਸੁਣੀ ਹੋਈ ਨਹੀਂ, ਸਾਡੀ ਤਾਂ ਇੰਨੀ ਉਮਰ ਬੀਤ ਗਈ, ਅਸੀਂ ਤਾਂ ਇਹ ਗੱਲਾਂ ਕਦੇ ਸੁਣੀਆਂ ਨਹੀਂ, ਜਿਹੜੀ ਗੱਲ ਇਹ ਦੱਸਦੀ। ਉਹ ਫਿਰ ਕਮਲੇ ਹੋਏ ਅਸੀਂ ਖੁਦ, ਅਸੀਂ ਉਹਨਾਂ ਗੁਰਮੁਖਾਂ ਨੂੰ ਕਮਲੇ ਕਹਿੰਦੇ ਜਿਹੜੇ ਸਾਨੂੰ ਸਾਡੇ ਘਰ ਦੀ ਗੱਲ ਦੱਸਦੇ। ਜਿਵੇਂ ਭਗਤ ਆਏ, ਭਗਤਾਂ ਨੇ ਦੱਸਣਾ ਸ਼ੁਰੂ ਕੀਤਾ, ਅਤੇ ਲੋਕ ਕਹਿੰਦੇ ਵੀ ਭਗਤ ਕਬੀਰ ਜੀ ਇਹ ਕਮਲੇ ਹੋ ਗਏ, ਬੌਰੇ ਹੋ ਗਏ, ਵੀ ਇਹ ਤਾਂ ਗੱਲਾਂ ਹੀ ਉਹ ਕਰਦੇ ਵੀ ਜਿਹੜੀਆਂ ਸਮਝ 'ਚ ਹੀ ਨਹੀਂ ਆਉਂਦੀ, ਵੀ ਜਿਹੜੀ ਗੱਲ ਕਦੇ ਸੁਣੀ ਨਹੀਂ। ਮਹਾਰਾਜ ਕਹਿੰਦੇ ਵੀ ਕੀ ਕਹਿੰਦੇ ਲੋਕ, ਕਹਿੰਦੇ ਲੋਕ ਕਹੇ ਕਬੀਰ ਬੌਰਾਨਾ, ਵੀ ਲੋਕ ਕਹਿੰਦੇ ਵੀ ਕਬੀਰ ਬੌਰਾ ਹੋ ਗਿਆ, ਬੌਰਾ ਹੁੰਦਾ ਵੀ ਕਮਲਾ ਹੋ ਗਿਆ ਜੀ। ਦੇਖੋ ਵੀ ਉਹਨਾਂ ਜੀਵਾਂ ਦੀ ਕੀ ਹਾਲਤ ਮਨ ਦੀ ਹੋਏਗੀ ਵੀ ਜਿਹੜੇ ਭਗਤ ਨੂੰ ਕਮਲਾ ਕਹਿ ਰਹੇ ਨੇ। ਹੁਣ ਕਮਲੇ ਆਪ ਹੋਏ ਤੇ ਉਹਨਾਂ ਨੂੰ ਕਮਲੇ ਕਹਿੰਦੇ। ਗੁਰੂ ਨਾਨਕ ਪਾਤਸ਼ਾਹ ਆਏ, ਉਹਨਾਂ ਨੂੰ ਵੀ ਐਂ ਕਹਿਣਾ ਸ਼ੁਰੂ ਕੀਤਾ ਜੀਵਨ। ਕੋਈ ਕਹਿੰਦੇ ਭੁਗਤਣਾ ਹੈ, ਕੋਈ ਕਹਿੰਦੇ ਬੇਤਾਲਾ ਹੈ। ਮਹਾਰਾਜ ਨੇ ਫਿਰ ਉਵੇਂ ਹੀ ਦੱਸਿਆ, ਕਹਿੰਦੇ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹੋਂ ਹਰ ਬਿਨ ਅਵਰ ਨ ਜਾਨਾ। ਵੀ ਜਾਣੀ ਦੀ ਜਿਹੜੇ ਜੀਵ ਕਮਲੇ ਹੋਏ ਉਹ ਫਿਰ ਉਹਨਾਂ ਨੂੰ ਗੁਰਮੁਖਾਂ ਨੂੰ ਕਮਲੇ ਕਹਿੰਦੇ, ਕਿਉਂਕਿ ਇੱਧਰ ਕਮਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ, ਕਿਉਂਕਿ ਅਸੀਂ ਤਾਂ ਸਾਰੇ ਕਮਲੇ ਹੋਏ ਸੀ। ਹੁਣ ਕਮਲਿਆਂ ਨੂੰ ਇੱਕ ਆ ਕੇ ਸਮਝਾਵੇ ਤੇ ਸਾਰੇ ਕਮਲੇ ਹੋਣ ਤੇ ਬਹੁਤ ਔਖਾ, ਬਹੁਤ ਕਠਿਨ। ਹੁਣ ਆਪਾਂ ਹਿਸਾਬ ਲਾਈਏ ਵੀ
ਸਾਰੇ ਆਪਾਂ ਕਮਲੇ ਹੋਈਏ ਅਤੇ ਕਮਲਿਆਂ ਦੇ ਵਿੱਚ ਇੱਕ ਸਿਆਣਾ ਅੱਜ, ਅਤੇ ਉਹ ਤਾਂ ਕਮਲੇ ਕਹਿਣਗੇ ਵੀ ਇਹ ਕਮਲਾ ਹੈ, ਕਿਉਂਕਿ ਉਹ ਕਮਲਿਆਂ ਦੀ ਗਿਣਤੀ ਜ਼ਿਆਦਾ ਹੈ। ਪਰ ਜਦੋਂ ਉਹ ਫਿਰ ਵੀ ਮਾਲਕ ਦਾ ਹੁਕਮ ਮੰਨਦੇ ਹੋਏ ਗੁਰਮੁਖ ਜੀਵ ਚਾਹੇ ਉਹਨਾਂ ਦੀ ਨਿੰਦਿਆ ਕਰੀ ਜਾਂਦੇ, ਉਹਨਾਂ ਨੂੰ ਮਾੜਾ ਕਹੀ ਜਾਂਦੇ, ਉਹ ਗੁੱਸਾ ਨਹੀਂ ਕਰਦੇ ਕਮਲਿਆਂ ਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਨਾ, ਕਈ ਜੀਵ ਕਮਲੇ ਹੋ ਜਾਂਦੇ ਦਿਮਾਗੀ ਤੌਰ 'ਤੇ, ਫਿਰ ਜਿਹੜੇ ਜੀਵ ਨੂੰ ਪਤਾ ਉਹਦਾ ਗੁੱਸਾ ਨਹੀਂ ਕਰਦਾ, ਉਹ ਕਹਿੰਦੇ ਵੀ ਇਹਦਾ ਸੰਤੁਲਨ ਵਿਗੜਿਆ ਹੋਇਆ, ਵੀ ਇਹ ਕਮਲਾ ਹੈ, ਵੀ ਇਹ ਕਮਲੇ ਦਾ ਕੀ ਗੁੱਸਾ ਕਰਨ, ਵੀ ਤੁਸੀਂ ਤਾਂ ਸਿਆਣੇ ਹੋ। ਜੇ ਕਮਲੇ ਨੂੰ ਅਗਲਾ ਅੱਗੇ ਜੀਵ ਬੋਲਦਾ ਵੀ ਉਹ ਕਹਿੰਦਾ ਵੀ ਇਹ ਤਾਂ ਕਮਲਾ, ਵੀ ਤੂੰ ਤਾਂ ਸਿਆਣਾ, ਵੀ ਤੂੰ ਕਿਉਂ ਬੋਲਦਾ ਉਹਨੂੰ, ਮੈਨੂੰ ਤਾਂ ਪਤਾ ਨਹੀਂ ਵੀ ਮੈਂ ਬੋਲਣਾ ਕੀ ਹੈ। ਹੁਣ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਉਹ ਨਾਮ ਤੋਂ ਬਿਨਾਂ ਕਮਲਾ ਹੋਇਆ ਹੋਇਆ, ਜਿਸ ਨੂੰ ਮਹਾਰਾਜ ਕਹਿੰਦੇ ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਵੀ ਜਦੋਂ ਗੁਰਮੁਖਾਂ ਨੇ ਦੇਖਿਆ ਦਿਵ ਦ੍ਰਿਸ਼ਟੀ ਦੁਆਰਾ ਵੀ ਨਾਮ ਤੋਂ ਬਿਨਾਂ ਤਾਂ ਇਹ ਸਾਰੀ ਮਨ ਕਮਲੇ ਹੋਏ ਫਿਰਦੇ, ਫਿਰ ਉਹ ਕਮਲੇ ਜਦੋਂ ਉਹਨਾਂ ਦੀ ਨਿੰਦਿਆ ਕਰਦੇ, ਉਹ ਫਿਰ ਉਹ ਗੁੱਸਾ ਨਹੀਂ ਕਰਦੇ ਉਹਨਾਂ ਦਾ। ਜਦੋਂ ਉਹਨਾਂ ਨੂੰ ਮਾੜਾ ਵੀ ਕਹਿੰਦੇ, ਉਹ ਕਹਿੰਦੇ ਵੀ ਕੋਈ ਨਹੀਂ, ਵੀ ਇਹਨਾਂ ਨੂੰ ਸੋਝੀ ਨਹੀਂ, ਇਹਨਾਂ ਨੂੰ ਪਤਾ ਨਹੀਂ। ਉਹ ਆਪਦਾ ਜਿਹੜਾ ਦੱਸੀ ਜਾਂਦੇ, ਜੋ ਮਾਲਕ ਨੇ ਡਿਊਟੀ ਲਾਈ, ਉਹ ਉਹਨਾਂ ਨੂੰ ਸਿਮਰਨ ਕਰਾਉਣਾ ਸ਼ੁਰੂ ਕਰ ਦਿੰਦੇ, ਨਾਲ ਨਾਲ ਘਰ ਦੀ ਗੱਲ ਦੱਸੀ ਜਾਂਦੀ। ਫਿਰ ਕੁਝ ਜੀਵਾਂ ਨੂੰ ਥੋੜ੍ਹਿਆਂ ਨੂੰ ਸਮਝ ਲੱਗਣ ਲੱਗ ਜਾਂਦੀ ਵੀ ਇਹ ਜਿਹੜੀ ਗੱਲ ਕਰਦੇ, ਵੀ ਇਹ ਇੱਥੇ ਦੀ ਗੱਲ ਨਹੀਂ ਕਰਦੇ, ਇਸ ਲੋਕ ਦੀ ਗੱਲ ਨਹੀਂ ਕਰਦੇ, ਵੀ ਇਹ ਗੱਲ ਕਦੇ ਸੁਣੀ ਨਹੀਂ ਆਪਾਂ, ਬਈ ਇਹ ਕਿਸੇ ਹੋਰ ਦੇਸ਼ ਦੀ ਗੱਲ ਕਰਦੇ, ਵੀ ਜਿਹਨੂੰ ਬੇਗਮਪੁਰਾ ਸ਼ਹਿਰ ਕਹਿੰਦੇ, ਪਰ ਲੋਕ ਕਹਿੰਦੇ ਨਿਰਭਉ ਨਗਰ, ਅਬਚਲ ਨਗਰ ਕਹਿੰਦੇ, ਜਿਹਨੂੰ ਚੌਥਾ ਪਦ ਕਹਿੰਦੇ, ਵੀ ਇਹ ਕੋਈ ਹੋਰ ਦੇਸ਼ ਹੈ, ਹੋਰ ਕਿਤੇ ਦੀ ਗੱਲ ਕਰਦੇ। ਜਿਹੜੇ ਜੀਵ ਫਿਰ ਨਿੰਦਿਆ ਕਰਦੇ, ਫਿਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਉਹਨਾਂ ਦੀ ਨਿੰਦਿਆ ਨਾ ਕਰੋ, ਵੀ ਤੁਸੀਂ ਉਹਨਾਂ ਦੀ ਸੁਣੋ ਤਾਂ ਸਹੀ, ਵੀ ਉਹ ਕਹਿੰਦੇ ਕੀ ਨੇ। ਬਈ ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ, ਕਿਸੇ ਨੂੰ ਉਹ ਮਾੜਾ ਨਹੀਂ ਕਹਿੰਦੇ, ਵੀ ਉਹ ਇਸ ਦੇਸ਼ ਦੀ ਨਹੀਂ ਗੱਲ ਕਰਦੇ, ਉਹ ਕਿਸੇ ਹੋਰ ਦੇਸ਼ ਦੀ ਗੱਲ ਕਰਦੇ। ਅਤੇ ਜਿਹੜਾ ਧਿਆਨ ਨਾਲ ਸੁਣਦਾ ਉਹਦੇ ਮਨ ਨੂੰ ਸੁੱਖ ਮਿਲਦਾ, ਉਹਦੇ ਮਨ ਨੂੰ ਸ਼ਾਂਤੀ ਬਹੁਤ ਆਉਂਦੀ। ਵੀ ਤੁਸੀਂ ਸੁਣੋ ਸਹੀ ਵੀ ਉਹ ਕਹਿੰਦੇ ਕੀ। ਮੇਰੀ ਇਸ ਵਰਤਾਏ ਮਹਾਰਾਜ ਕਹਿੰਦੇ ਅਗੰਮ ਅਗਾਧ ਪਾਰ ਬ੍ਰਹਮ ਸੋਈ, ਜੋ ਜੋ ਕਹੇ ਸੋ ਮੁਕਤਾ ਹੋਈ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ। ਬਈ ਸਾਧੂ ਜਨ ਜਿਹੜੀ ਕਥਾ ਕਰਦੇ, ਅਚਰਜ ਹੁੰਦਾ ਵੀ ਹੈਰਾਨ ਕਰ ਦੇਣ ਵਾਲੀ, ਵੀ ਜਿਹੜੀ ਗੱਲ ਅਸੀਂ ਕਦੇ ਸੁਣੀ ਨਹੀਂ ਹੁੰਦੀ, ਇਹਦਾ ਸਾਨੂੰ ਭੇਦ ਹੀ ਨਹੀਂ ਹੁੰਦਾ, ਸਾਨੂੰ ਸਮਝ ਹੀ ਨਹੀਂ ਹੁੰਦੀ। ਫਿਰ ਜਿਉਂ ਅਸੀਂ ਉਹ ਕਥਾ ਵਿਚਾਰ ਨੂੰ ਸੁਣਨਾ ਸ਼ੁਰੂ ਕਰਦੇ, ਸਿਮਰਨ ਕਰਨਾ ਸ਼ੁਰੂ ਕਰਦੇ, ਫਿਰ ਸਾਡਾ ਜ਼ਹਿਰ ਲੱਥਣਾ ਸ਼ੁਰੂ ਹੋ ਜਾਂਦਾ। ਇਹ ਕਾਲ ਨੇ ਸਾਨੂੰ ਜ਼ਹਿਰ ਦਿੱਤਾ ਹੁੰਦਾ, ਨਸ਼ਾ ਦਿੱਤਾ ਹੁੰਦਾ, ਸਾਡੀ ਸੁੱਧ ਬੁੱਧ ਮਾਰੀ ਹੁੰਦੀ। ਫਿਰ ਜਿਉਂ ਅਸੀਂ ਸਿਮਰਨ ਕਰਦੇ ਹਾਂ, ਸਾਡਾ ਜ਼ਹਿਰ ਲੈਣਾ ਸ਼ੁਰੂ ਹੁੰਦਾ, ਫਿਰ ਸਾਨੂੰ ਸਮਝ ਲੱਗਣ ਲੱਗ ਜਾਂਦੀ। ਫਿਰ ਸਾਨੂੰ ਭੇਦ ਖੁੱਲ੍ਹਦਾ ਵੀ ਅਸੀਂ ਇੱਧਰ, ਵੀ ਇਹ ਬੰਦੀ ਖਾਨੇ ਦੇ ਵਿੱਚ ਬੰਦ ਹਾਂ, ਅਤੇ ਇਹ ਵਿਚਾਰਾਂ ਦਾ ਬੰਦੀ ਖਾਨਾ ਫੁਰਨਿਅੰਤ। ਵੀ ਇਹਦੇ ਵਿੱਚ ਵਿਚਾਰਾਂ ਦੇ ਵਿੱਚ ਸਾਨੂੰ ਕਾਲ ਨੇ ਬੰਦ ਕੀਤਾ ਹੋਇਆ। ਫਿਰ ਆਪਾਂ ਚਾਹੁੰਦੇ ਹਾਂ ਵੀ ਹੁਣ ਅਸੀਂ ਇਹ ਬੰਦੀ ਖਾਨੇ ਤੋਂ ਆਜ਼ਾਦ ਹੋ ਜਾਈਏ, ਵੀ ਹੁਣ ਅਸੀਂ ਇੱਥੋਂ ਨਿਕਲੀਏ ਬਾਹਰ, ਅਤੇ ਨਿਕਲ ਕੇ ਅਸੀਂ ਅਡਾਰੀ ਮਾਰ ਕੇ ਅਸੀਂ ਆਪਦੇ ਘਰ ਚਲੇ ਜਾਈਏ, ਆਪਦੇ ਦੇਸ਼ ਚਲੇ ਜਾਈਏ ਵਾਪਸ। ਫਿਰ ਉਹ ਆਪਾਂ ਨੂੰ ਗੁਰਮੁਖ ਦੱਸਦੇ ਬਈ ਇਹ ਬੰਧਨਾਂ ਤੋਂ ਆਜ਼ਾਦ ਹੋਣ ਵਾਸਤੇ ਵੀ ਤੁਸੀਂ ਸਿਮਰਨ ਕਰੋ। ਜਿਉਂ ਅਸੀਂ ਇਹ ਸਿਮਰਨ ਕਰਦੇ ਹਾਂ, ਅਸੀਂ ਇਹ ਬੰਧਨਾਂ ਨੂੰ ਕੱਟ ਰਹੇ ਹਾਂ। ਇਹ ਜਿਹੜੀ ਫਾਸੀ ਸਾਡੇ ਗਲਾਂ ਦੇ ਵਿੱਚ ਜਮਾਂ ਨੇ ਪਾਈ ਹੋਈ, ਇਹ ਫਾਈ ਨੂੰ ਕੱਟ ਰਹੇ ਹਾਂ। ਜਦੋਂ ਹੁਣ ਆਪਾਂ ਇਕੱਠੇ ਹੋ ਕੇ ਸਾਰਾ ਸਿਮਰਨ ਕਰਦੇ ਹਾਂ ਅਭਿਆਸ,
ਫਿਰ ਉਦੋਂ ਕਹਿੰਦੇ ਵੀ ਇਹ ਭਗਤਾਂ ਦੀ ਭੀੜ ਇਕੱਠੀ ਹੋ ਕੇ ਕੀ ਕਰਦੀ। ਉਹ ਕਹਿੰਦੇ ਵੀ ਇਹ ਜਿਹੜੇ ਇਹ ਜਮਾਂ ਨੇ ਫਾਈਆਂ ਪਾਈਆਂ ਗਲਾਂ ਦੇ ਵਿੱਚ ਵੀ ਇਹ ਮਿਲ ਕੇ ਸਾਰੇ ਇਕੱਠੇ ਹੋ ਕੇ ਗੁਰੂ ਦੀ ਮੱਤ ਦੁਆਰਾ ਸਿਮਰਨ ਕਰਕੇ ਇਹ ਫਾਸੀ ਨੂੰ ਕੱਟ ਰਹੇ। ਮਹਾਰਾਜ ਫਰਮਾਉਂਦੇ ਭਗਵਤ ਭੀਰ ਸਖਤ ਸਿਮਰਨ ਕੀ ਕਾਟੀ ਕਾਲ ਭੈ ਫਾਸੀ। ਬਈ ਇਹ ਸਿਮਰਨ ਕਰਕੇ ਅਸੀਂ ਇਹ ਫਾਈ ਨੂੰ ਕੱਟਦੇ। ਜਦੋਂ ਇਹ ਫਾਸੀ ਕੱਟੀ ਗਈ ਅਸੀਂ ਆਜ਼ਾਦ ਹੋ ਜਾਣਾ, ਅਸੀਂ ਇੱਥੋਂ ਨਿਕਲ ਜਾਣਾ। ਹੁਣ ਇਹ ਵਿਚਾਰ ਹੀ ਸਾਡੇ ਮਨ ਦੇ ਬੰਧਨ ਬਣੇ ਹੋਏ ਨੇ। ਹੁਰਨਿਆਂ ਦੇ ਵਿੱਚ ਅਸੀਂ ਬੱਝੇ ਹੋਏ ਹਾਂ ਇੱਕ ਦੂਸਰੇ ਦੇ ਨਾਲ ਵਿਚਾਰਾਂ ਦੇ ਵਿੱਚ। ਹੁਣ ਇਹ ਵਿਚਾਰਾਂ ਨੂੰ ਹੀ ਭਰਮ ਕਹਿੰਦੇ ਨੇ ਵੀ ਅਸੀਂ ਭਰਮ ਦੇ ਵਿੱਚ ਬੱਝੇ ਹੋਏ ਹਾਂ ਇੱਕ ਦੂਸਰੇ ਨਾਲ। ਇਸ ਲਈ ਮਹਾਰਾਜ ਕਹਿੰਦੇ ਤ੍ਰੈ ਗੁਣ ਭਰਮ ਭੁਲਾਈ। ਭਰਮ ਹੁੰਦਾ ਭੁਲੇਖਾ। ਜਿਵੇਂ ਮਿਰਗ ਤ੍ਰਿਸ਼ਨ, ਮਿਰਗ ਹੁੰਦਾ ਹਿਰਨ, ਵੀ ਜਿਵੇਂ ਉਹਨੂੰ ਦੂਰ ਪਾਣੀ ਲੱਗਦਾ ਵੀ ਜਦੋਂ ਰੇਤੇ 'ਤੇ ਉਹ ਸੂਰਜ ਦੀਆਂ ਕਿਰਨਾਂ ਪੈਂਦੀਆਂ ਉਹ ਪਿਆਸਾ ਉਹਨੂੰ ਲੱਗਦਾ ਵੀ ਅੱਗੇ ਟੋਏ 'ਚ ਪਾਣੀ ਹੈ, ਹਾਲਾਂਕਿ ਉਹ ਪਾਣੀ ਹੁੰਦਾ ਨਹੀਂ, ਉਹ ਸਿਰਫ ਉਹਨੂੰ ਭੁਲੇਖਾ ਹੁੰਦਾ। ਹੁਣ ਇਸੇ ਤਰ੍ਹਾਂ ਹੀ ਇਹ ਸੰਸਾਰ ਨੂੰ ਵੀ ਮਿਰਗ ਤ੍ਰਿਸ਼ਨਾ ਕਹਿੰਦੇ ਵੀ ਜਿਵੇਂ ਸਾਨੂੰ ਲੱਗਦਾ ਵੀ ਅਸੀਂ ਹਜੇ ਨਹੀਂ ਸੁਖੀ ਹੋਏ, ਅਸੀਂ ਸੁਖੀ ਹੋ ਜਾਂਗੇ ਗਾਂ, ਅਸੀਂ ਦੌੜਦੇ। ਸਾਡੀ ਦੌੜ ਵੀ ਬਾਹਰ ਦੀ ਹੈ, ਇਹ ਨਹੀਂ ਵੀ ਅੰਦਰ ਨੂੰ ਅਸੀਂ ਦੌੜਦੇ ਹਾਂ, ਆਪਦਾ ਅੰਤਰਮੁਖੀ ਹੁੰਦੇ ਹਾਂ। ਅੰਤਰਮੁਖੀ ਨਹੀਂ ਹੋ ਰਹੇ, ਅਸੀਂ ਬਾਹਰ ਨੂੰ ਦੌੜ ਰਹੇ ਹਾਂ, ਹੋਰ ਸੰਸਾਰ ਵੱਲ ਨੂੰ। ਇਹਨੂੰ ਫਿਰ ਮਿਰਗ ਤ੍ਰਿਸ਼ਨਾ ਕਹਿੰਦੇ ਬਈ ਜਿੰਨਾ ਮਰਜ਼ੀ ਅਸੀਂ ਦੌੜੀ ਜਾਈਏ ਸਾਨੂੰ ਸੁੱਖ ਤਾਂ ਮਿਲਦਾ ਨਹੀਂ, ਕਿਉਂਕਿ ਭਰਮ ਹੈ, ਅਤੇ ਉਹ ਭਰਮ ਦੇ ਵਿੱਚ ਅਸੀਂ ਹੋਰ ਦੁਖੀ, ਹੋਰ ਅਸ਼ਾਂਤ ਹੋਈ ਜਾਂਦੇ। ਜਿਵੇਂ ਮਿਰਗ ਉਹਨੂੰ ਲੱਗਦਾ ਪਾਣੀ, ਉਹ ਦੌੜ ਕੇ ਜਾਂਦਾ ਅਤੇ ਉਹ ਪਾਣੀ ਹੋਰ ਅੱਗੇ ਹੋ ਜਾਂਦਾ, ਕਿਉਂਕਿ ਪਾਣੀ ਦਾ ਹੁੰਦਾ ਹੀ ਨਹੀਂ, ਉਹ ਭੁਲੇਖਾ ਹੁੰਦਾ। ਉਹਨੂੰ ਲੱਗਦਾ ਵੀ ਹੁਣ ਇੱਥੇ ਨਹੀਂ ਗਾਂ ਹੋਰ ਹੈ, ਵੀ ਹੋਰ ਭੱਜਾਂ। ਉਹ ਫਿਰ ਭੱਜ ਭੱਜ ਕੇ ਆਪਦਾ ਦਮ ਤੋੜ ਦਿੰਦਾ, ਮਤਲਬ ਉਹਦੀ ਮੌਤ ਹੋ ਜਾਂਦੀ, ਪਰ ਉਹਨੂੰ ਪਾਣੀ ਨਹੀਂ ਮਿਲਦਾ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਸੰਸਾਰ ਦੇ ਵਿੱਚ ਜੀਵ ਨੂੰ ਲੱਗਦਾ ਪਹਿਲਾਂ ਬਚਪਨ, ਜਿਉਂ ਦੌੜ ਸ਼ੁਰੂ ਕੀਤੀ, ਬਚਪਨ ਬੀਤ ਗਿਆ, ਜਵਾਨੀ ਆਖੀ, ਫਿਰ ਦੌੜਦੇ ਰਹੇ, ਉਹ ਵੀ ਲੰਘ ਗਿਆ, ਵਡੇਪਾ ਆ ਗਿਆ। ਹੁਣ ਵਡੇਪੇ 'ਚ ਵੀ ਦੌੜ ਜਾਰੀ ਹੈ, ਵੀ ਹਜੇ ਵੀ ਦੌੜੀ ਜਾਂਦਾ, ਹਜੇ ਕਿਹੜਾ ਰੁਕਦਾ। ਇਹਨੂੰ ਲੱਗਦਾ ਵੀ ਹਜੇ ਨਹੀਂ, ਮੈਂ ਹੋਰ ਗਾਂ ਸੁਖੀ ਹੋ ਜਾਵਾਂਗਾ। ਇਹਨੂੰ ਫਿਰ ਮਹਾਰਾਜ ਕਹਿੰਦੇ ਵੀ ਇਹ ਭਰਮ ਹੈ, ਵੀ ਇਹ ਭਰਮ ਦੇ ਵਿੱਚ ਅਸੀਂ ਬੱਝੇ ਹੋਏ ਹਾਂ, ਬੰਧਨਾਂ ਦੇ ਵਿੱਚ, ਝੂਠਿਆਂ ਦੇ ਵਿੱਚ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਵੀ ਮਾਇਆ ਦੇ ਹੱਥ ਹੀ ਵਿਕੇ ਨਾ ਰਹੋ, ਵੀ ਤੁਸੀਂ ਸਿਮਰਨ ਕਰਕੇ ਵੀ ਇੱਥੋਂ ਨਿਕਲਣ ਦਾ ਯਤਨ ਕਰੋ, ਇੱਥੋਂ ਛੁੱਟਣ ਦਾ ਯਤਨ ਕਰੋ। ਹੁਣ ਫਸਣ ਦੀ ਜਿਹੜੀ ਵਿਧੀ ਹੈ ਮਾਇਆ ਦੇ ਜਾਲ 'ਚ ਸਭ ਨੂੰ ਆਉਂਦੀ, ਪਰ ਇਹਨੂੰ ਕੱਟਣਾ ਕਿਵੇਂ, ਜਾਲ ਨੂੰ ਇੱਥੋਂ ਯਾਦ ਕਿਵੇਂ ਹੋਣਾ, ਉਹ ਕੋਈ ਵਿਰਲਾ ਜਾਣਦਾ। ਸਤਿਗੁਰੂ ਫਰਮਾਉਂਦੇ ਫਾਸਣ ਕੀ ਵਿਧ ਸਭ ਕੋਈ ਜਾਣੇ, ਛੂਟਣ ਕੀ ਇੱਕ ਕੋਈ। ਵੀ ਫਸਣ ਦੀ ਵਿਧੀ ਤਾਂ ਸਭ ਨੂੰ ਆਉਂਦੀ, ਅਸੀਂ ਹੋਰ ਫਸਦੇ ਜਾ ਰਹੇ ਦਿਨੋਂ ਦਿਨ, ਛੁੱਟਣ ਦਾ ਥੋੜ੍ਹੀ ਯਤਨ ਕਰਦੇ, ਹੋਰ ਧੱਸਦੇ ਜਾ ਰਹੇ ਵਿੱਚ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਤੁਸੀਂ ਯਾਦ ਹੋਣਾ, ਫਿਰ ਤੁਸੀਂ ਅੰਤਰਮੁਖੀ ਹੋ, ਫਿਰ ਤੁਸੀਂ ਇੱਕ ਨਾਲ ਜੁੜੋ। ਇਹ ਜਿਹੜਾ ਸੰਸਾਰ, ਇਹ ਸੰਸਾਰ ਦਾ ਜਿਹੜਾ ਮਾਰਗ ਹੈ, ਇੱਥੇ ਸਾਡਾ ਮਨ ਥਿਰ ਰਹਿਣ ਵਾਲਾ ਨਹੀਂ ਹੈ, ਕਿਉਂਕਿ ਇਹ ਸਾਰਾ ਕੁਛ ਹੀ ਨਾਸਵਾਨ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਜੇ ਤੁਸੀਂ ਥਿਰ ਹੋਣਾ, ਫਿਰ ਤੁਸੀਂ ਨਾਮ ਦੇ ਨਾਲ ਜੁੜੋ, ਫਿਰ ਤੁਸੀਂ ਸੱਚ ਦੇ ਨਾਲ ਜੁੜੋ। ਸਿਰਫ ਇੱਕ ਸੱਚ, ਮਾਲਕ ਅਤੇ ਨਾਮ, ਉਹ ਥਿਰ ਹੈ, ਬਾਕੀ ਸਾਰਾ ਕੁਛ ਹੀ ਚੱਕਰ 'ਤੇ ਚੱਲ ਰਿਹਾ, ਸਾਰਾ ਕੁਛ ਹੀ ਘੁੰਮ ਰਿਹਾ। ਹੁਣ ਜੇ ਅਸੀਂ ਨਾਮ ਨਾਲ ਜੁੜ ਜਾਵਾਂਗੇ, ਆਪਾਂ ਵੀ ਥਿਰ ਹੋ ਜਾਵਾਂਗੇ।
ਨਹੀਂ ਤਾਂ ਫਿਰ ਚੱਕਰ 'ਤੇ ਹੀ ਰਵਾਂਗੇ, ਘੁੰਮੀ ਜਾਵਾਂਗੇ, ਵਾਰ-ਵਾਰ ਆਈ ਜਾਈ ਜਾਵਾਂਗੇ। ਤਾਈਆਂ ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਜੀਵਨ ਮੁਕਤ ਹੋਣਾ, ਫਿਰ ਤੁਸੀਂ ਇਹ ਮਾਇਆ ਦਾ ਮੋਹ ਛੱਡ ਕੇ ਤੁਸੀਂ ਇੱਕ ਦੇ ਨਾਲ ਪਿਆਰ ਪਾਓ, ਸ਼ਬਦ ਦੇ ਨਾਲ ਪਿਆਰ ਪਾਓ, ਨਾਮ ਦੇ ਨਾਲ। ਜੋ ਆਪਾਂ ਨੂੰ ਰੋਜ਼ ਗੁਰੂ ਅਮਰਦਾਸ ਜੀ ਫਰਮਾਉਂਦੇ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਬਈ ਤੁਸੀਂ ਉਹ ਸ਼ਬਦ ਦੇ ਨਾਲ ਪਿਆਰ ਪਾਓ। ਹੁਣ ਇਹ ਸ਼ਬਦ ਦੇ ਨਾਲ ਸਾਡਾ ਪਿਆਰ ਪੈਣਾ ਸੁਣ ਸੁਣ ਕੇ, ਜਿਉਂ ਜਿਉਂ ਸੁਣਾਂਗੇ, ਸੁਣ ਸੁਣ ਕੇ ਸਾਡੀ ਗੰਢੀ ਜਾਣੀ, ਸੁਣ ਸੁਣ ਗੰਢਣ ਗੰਢੀਏ। ਬਈ ਜਿਉਂ ਜਿਉਂ ਸੁਣਾਂਗੇ ਤਿਉਂ ਤਿਉਂ ਗੰਢੀ ਜਾਏਗੀ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਨਾਮ ਨੂੰ ਸੁਣਨ ਵਾਸਤੇ ਮਨ ਨੂੰ ਸਹਿਜ ਵਿੱਚ ਲੈ ਕੇ ਜਾਓ ਅਤੇ ਸਹਿਜ 'ਚ ਜਾ ਕੇ ਸੁਣੋ। ਸੁਣਿਆ ਲਾਗੇ ਸਹਿਜ ਧਿਆਨ। ਜਦੋਂ ਸਹਿਜ 'ਚ ਜਾ ਕੇ ਸੁਣਾਂਗੇ ਤਾਂ ਮਾਲਕ ਬੋਲ ਰਿਹਾ ਸਾਡੇ ਸਭਨਾਂ ਦੇ ਅੰਦਰ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਬਈ ਜਿੰਨੇ ਵੀ ਘਟ ਘਟ ਕਹਿੰਦੇ ਸਰੀਰ ਨੂੰ, ਸਾਡੇ ਸਭਨਾਂ ਦੇ ਅੰਦਰ ਰਾਮ ਵਾਹਿਗੁਰੂ ਬੋਲਦਾ। ਹੁਣ ਉਹ ਵਾਹਿਗੁਰੂ ਨੂੰ ਅਸੀਂ ਸੁਣਾਂਗੇ ਕਿਵੇਂ, ਵੀ ਕਿਵੇਂ ਬੋਲਦਾ ਉਹ। ਹੁਣ ਉਹ ਬੋਲਦਾ ਬੜਾ ਮਿੱਠਾ ਬੋਲਦਾ, ਬੜਾ ਪਿਆਰਾ ਬੋਲਦਾ। ਉਹਦੀ ਜਿਹੜੀ ਆਵਾਜ਼ ਬੜੀ ਮਿੱਠੀ। ਤਾਈਓ ਮਾਰੇ ਕਹਿੰਦਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਵੀ ਜਿਹੜਾ ਸਾਡਾ ਸਵਾਮੀ ਮਾਲਕ ਵਾਹਿਗੁਰੂ, ਉਹ ਮਿੱਠ ਬੋਲੜਾ, ਉਹ ਬੜਾ ਮਿੱਠਾ ਬੜਾ ਪਿਆਰਾ ਬੋਲਦਾ ਅਤੇ ਸਭਨਾਂ ਦੇ ਅੰਦਰ ਬੋਲਦਾ। ਹੁਣ ਉਹ ਬੋਲਦਾ ਰਿਹਾ ਪਰ ਸਾਨੂੰ ਸੁਣਦਾ ਕਿਉਂ ਨਹੀਂ? ਕਿਉਂਕਿ ਅਸੀਂ ਬਾਹਰ ਮੁਖੀ ਹਾਂ। ਉਹ ਸਾਡੇ ਅੰਦਰ ਬੋਲੀ ਜਾ ਰਹੇ, ਅਸੀਂ ਬਾਹਰ ਭੱਜੀ ਫਿਰਦੇ। ਜਿਵੇਂ ਬੱਚਾ ਹੋਵੇ, ਮਾਂ ਪਿਓ ਘਰ 'ਚ ਉਹਨੂੰ ਆਵਾਜ਼ਾਂ ਮਾਰੀ ਜਾਣ ਅਤੇ ਉਹ ਘਰ ਬੜੇ ਹੀ ਨਾ, ਉਹ ਬਾਹਰ ਹੀ ਭੱਜਾ ਫਿਰ। ਹੁਣ ਇਸੇ ਤਰ੍ਹਾਂ ਹੀ ਸਾਡੇ ਘਰ ਦੇ ਅੰਦਰ ਮਾਲਕ ਬੈਠੇ ਅਤੇ ਉਹ ਸਾਨੂੰ ਆਵਾਜ਼ ਦੇ ਰਹੇ ਲਗਾਤਾਰ ਵੀ ਤੁਸੀਂ ਘਰ ਆਓ, ਵੀ ਤੁਸੀਂ ਪਰਦੇਸ ਗਏ ਹੋ, ਘਰੇ ਆ ਜਾਓ। ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਹੁਣ ਘਰ ਜਾਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ, ਸਾਨੂੰ ਰਾਜੀ ਹੋਣਾ ਪੈਣਾ ਪਹਿਲਾਂ ਘਰ ਜਾਣ ਵਾਸਤੇ, ਵੀ ਅਸੀਂ ਜਾਣਾ ਚਾਹੁੰਦੇ ਹਾਂ ਘਰ। ਕਈ ਵਾਰ ਕੀ ਹੁੰਦਾ, ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਨਾ, ਬੱਚਾ ਗਲਤ ਸੰਗਤ 'ਚ ਚਲਿਆ ਜਾਂਦਾ ਅਤੇ ਮਾਂ ਪਿਓ ਘਰ ਬੁਲਾਉਣ ਅਤੇ ਉਹ ਘਰ ਆਉਣਾ ਹੀ ਨਹੀਂ ਚਾਹੁੰਦਾ, ਕਿਉਂਕਿ ਉਹਨੂੰ ਬਾਹਰ ਹੀ ਚੰਗਾ ਲੱਗਦਾ। ਨਸ਼ਾ ਕਰਨਾ, ਬਾਹਰ ਸੰਸਾਰ ਦੇ ਵਿੱਚ ਡਿੱਗਦਾ ਢਹਿੰਦਾ ਫਿਰਦਾ, ਨਸ਼ਾ ਕਰੀ ਜਾਂਦਾ, ਘਰ ਵੜਦਾ ਹੀ ਨਹੀਂ। ਹੁਣ ਉਹਦੇ ਵਿੱਚ ਫਿਰ ਮਾਂ ਪਿਓ ਦਾ ਕੋਈ ਦੋਸ਼ ਨਹੀਂ ਹੈ, ਦੋਸ਼ ਤਾਂ ਬੱਚੇ ਦਾ। ਹੁਣ ਇਸੇ ਤਰ੍ਹਾਂ ਹੀ ਮਾਲਕ ਤਾਂ ਸਾਨੂੰ ਘਰ ਬੁਲਾਉਂਦੇ, ਨਿੱਤ ਬੁਲਾਉਂਦੇ ਵੀ ਘਰ ਆ ਜਾਓ। ਹੁਣ ਮਨ ਇੰਨਾ ਆਦੀ ਹੋ ਗਿਆ ਇੱਧਰ ਨਸ਼ਾ ਕਰਨ ਦਾ, ਜ਼ਹਿਰ ਖਾਣ ਦਾ, ਇਹ ਘਰ ਜਾਣਾ ਹੀ ਨਹੀਂ ਚਾਹੁੰਦਾ। ਹੁਣ ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਅਸੀਂ ਰਾਜੀ ਹੋਈਏ ਘਰ ਜਾਣ ਵਾਸਤੇ, ਫਿਰ ਅਸੀਂ ਘਰ ਜਾ ਸਕਦੇ। ਹੁਣ ਰਾਜੀ ਫੇਰ ਹੀ ਹੋਵਾਂਗੇ ਜੇ ਹੁਣ ਸਾਨੂੰ ਸੋਝੀ ਆਏਗੀ, ਸਾਨੂੰ ਥੋੜ੍ਹਾ ਭੇਤ ਆਏਗਾ। ਅਤੇ ਭੇਤ ਤਾਂਹੀਓ ਆਏਗਾ ਜੇ ਅਸੀਂ ਸੰਗਤ ਕਰਾਂਗੇ, ਜੇ ਅਸੀਂ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ, ਫਿਰ ਸਾਨੂੰ ਭੇਤ ਖੁੱਲ੍ਹਦਾ ਵੀ ਇੱਧਰ ਸੰਸਾਰ 'ਚ ਦੁੱਖ, ਵੀ ਅਸੀਂ ਆਪਦੇ ਘਰ ਜਾ ਕੇ ਆਪਦੇ ਘਰ ਦਾ ਸੁੱਖ ਲਈਏ, ਆਨੰਦ ਲਈਏ। ਇੱਕ ਵਾਰ ਅਸੀਂ ਆਪਦੇ ਘਰ ਚਲੇ ਜਾਈਏ, ਉਹ ਆਨੰਦ, ਉਹ ਸੁੱਖ ਇੱਕ ਵਾਰ ਸਾਡਾ ਮਨ ਲੈ ਲਵੇ, ਫਿਰ ਇਹ ਚਾਹੁੰਦਾ ਵੀ ਮੈਂ ਹੁਣ ਦੁੱਖਾਂ 'ਚ ਨਾ ਜਾਵਾਂ। ਫਿਰ ਇਹ ਚਾਹੁੰਦਾ ਵੀ ਮੈਨੂੰ ਉਹ ਆਨੰਦ, ਉਹ ਸੁੱਖ ਬਣਿਆ ਹੀ ਰਹੇ। ਫਿਰ ਇਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਵੀ ਸਿਮਰਨ ਕਰ, ਸਤ ਸੰਗਤ ਕਰ। ਇਹ ਆਪਦੇ ਆਪ ਹੀ ਕਰੀ ਜਾਂਦਾ। ਇਸ ਅਵਸਥਾ 'ਚ ਮਹਾਰਾਜ ਕਹਿੰਦੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਵੀ ਫਿਰ ਇਹ ਆਪਦੇ ਆਪ ਹੀ ਗੁਰਮੰਤਰ ਨੂੰ ਦ੍ਰਿੜ ਕਰਦਾ ਹੀ ਰਹਿੰਦਾ, ਫਿਰ ਇਹ ਆਪਦੇ ਆਪ ਹੀ ਸਿਮਰਨ ਕਰਦਾ ਹੀ ਰਹਿੰਦਾ। ਆਓ ਹੁਣ ਅਸੀਂ ਕਿਵੇਂ ਗੁਰਮੰਤਰ ਨੂੰ ਦ੍ਰਿੜ ਕਰਨਾ, ਜੋ ਸਤਿਗੁਰੂ ਇਹ ਆਪਾਂ ਨੂੰ ਸਾਸ ਕੇ ਰਸ। ਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਆਪਾਂ ਇਹਨਾਂ ਬੰਧਨਾਂ ਤੋਂ ਯਾਦ ਹੋਣ ਵਾਸਤੇ ਇਹ ਸਿਮਰਨ ਅਭਿਆਸ ਕਰਦੇ ਰਹਿਣਾ ਵੀ ਤਾਂ ਕਿ ਅਸੀਂ ਇਹਨਾਂ ਬੰਧਨਾਂ ਤੋਂ ਯਾਦ ਹੋ ਸਕੀਏ। ਬੰਧਨ ਕੀ ਹੈ? ਵਿਚਾਰ ਫੁਰਨੇ। ਹੁਣ ਉਹਦੇ ਵਾਸਤੇ ਫਿਰ ਗੁਰੂ ਦਾ ਸ਼ਬਦ ਇਹ ਬਾਣ ਹੈ। ਜਦੋਂ ਅਸੀਂ ਇਹ ਬਾਣ ਮਾਰਾਂਗੇ ਫਿਰ ਅਸੀਂ ਇਹ ਬੰਧਨਾਂ ਤੋਂ ਯਾਦ ਹੋ ਜਾਵਾਂਗੇ। ਜਿਹੜੀ ਦੀਵਾਰ ਖੜੀ ਸਾਡੇ ਤੇ ਮਾਲਕ ਦੇ ਵਿੱਚ ਭਰਮ ਦੀ, ਜਿਹਨੂੰ ਕੂੜ ਦੀ ਪਾਲ ਕਹਿੰਦੇ, ਫਿਰ ਇਹ ਬਾਣ ਦੁਆਰਾ ਅਸੀਂ ਇਹ ਦੀਵਾਰ ਨੂੰ ਤੋੜ ਦਾਂਗੇ। ਇਸ ਵਾਸਤੇ ਹੁਣ ਇਹ ਅਸੀਂ ਵੱਧ ਤੋਂ ਵੱਧ ਅਭਿਆਸ ਕਰਨਾ। ਵਾਹਿਆਂ ਮਹਾਰਾਜ ਕਹਿੰਦੇ ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਪਿਆਰ ਮਾਲਕ ਨਾਲ ਪੈ ਜਾਏਗਾ, ਵਾਹਿਗੁਰੂ ਦੇ ਨਾਲ। ਅਤੇ ਜਦੋਂ ਵਾਹਿਗੁਰੂ ਨਾਲ ਪੈ ਗਿਆ ਤਾਂ ਫਿਰ ਸੁੱਖ ਹੀ ਸੁੱਖ, ਫਿਰ ਆਨੰਦ ਹੀ ਆਨੰਦ। ਜਦੋਂ ਮਾਇਆ ਨਾਲ ਇੱਧਰ ਅਤੇ ਤਾਂਹੀਓ ਸਾਡਾ ਮਨ ਦੁਖੀ ਹੁੰਦਾ। ਵਾਹਿਆਂ ਮਹਾਰਾਜ ਕਹਿੰਦੇ ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦਹੇਲਾ। ਕਹੋ ਨਾਨਕ ਗੁਰ ਇਹੋ ਬੁਝਾਇਓ, ਪ੍ਰੀਤ ਪ੍ਰਭੂ ਸਦ ਕੇਲਾ। ਵੀ ਗੁਰੂ ਸਾਨੂੰ ਇਹ ਬੁਝਾਉਂਦੇ ਸਮਝਾਉਂਦੇ ਵੀ ਪ੍ਰੀਤ ਇੱਕ ਨਾਲ ਲਾਓ ਮਾਲਕ ਦੇ ਨਾਲ। ਜੇ ਇੱਕ ਨਾਲ ਹੈ ਤਾਂ ਸਦਾ ਸੁੱਖ, ਜੇ ਦੂਜੇ ਨਾਲ ਨਹੀਂ ਹੈ ਇਹ ਉਹ ਸਦਾ ਦਹੇਲਾ, ਉਹ ਸਦਾ ਜੀਵ ਦੁਖੀ ਰਹਿੰਦਾ, ਸ਼ਾਂਤ ਰਹਿੰਦਾ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ ਅਤੇ ਆਪਾਂ ਇਹ ਗਿਆਨ ਨੂੰ ਕਮਾ ਕੇ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ ਨੇ। ਇਹਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।